Sat Shri Akal, Assalamu Alaikum. Welcome back to my show, The Hot Hour, sponsored by Desi Fusionista. I'm your host, KD. Today's episode is about supermom. The definition of supermom is basically a person, a mother, who looks after her kids, has a job, looks after her household, and also fulfills her dreams. The guest today is not only a supermom, but is also an inspiration to many people. And by inspiration, I mean she proves that generation gap is nothing but just a perspective. So let's welcome today's guest, my mom, Rani Taliwal. So today's episode will be conducting in Punjabi. ਸਾਡੀ ਮਾਂ ਬੋਲੀ ਪੰਜਾਬੀ ਵਿੱਚ। ਸਤਿ ਸ਼੍ਰੀ ਅਕਾਲ ਮਾਂ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ एवरीवन। ਹੋਰ ਕੀ ਹਾਲ ਚਾਲ ਹੈ? ਅੱਜ ਵਧੀਆ ਕੱਲ੍ਹ ਤਾਂ ਘਰਾਂ ਵਿੱਚ ਬੰਦ ਹੀ ਰਹਿਣਾ ਪੈ ਰਿਹਾ ਬੇਟਾ, ਬਹੁਤ ਔਖਾ ਲੱਗਦਾ ਹੋਣਾ ਤੁਹਾਨੂੰ ਤਾਂ। ਸਾਡੇ ਅੱਗੇ ਬੰਦਾ ਤਾਂ ਔਖਾ ਹੋਇਆ ਮੰਮੀ ਦੇਖ ਲਾ ਹੁਣ ਅਸੀਂ ਨਾਓ ਡੇਜ਼ ਸਾਡੀ ਜਨਰੇਸ਼ਨ ਮੋਸਟਲੀ ਬਾਹਰ ਰਹਿਣਾ ਪਸੰਦ ਕਰਦੀ ਆ। ਅਸੀਂ ਆਪਦੇ ਫੋਨ ਵਿੱਚ ਸਾਰਾ ਦਿਨ ਕਰੀਏ ਕੀ ਕਰੀਏ। ਪਰ ਥੋੜ੍ਹੇ ਜ਼ਮਾਨੇ 'ਚ ਮੰਮੀ ਕਿਵੇਂ ਸੀਗਾ, ਤੁਹਾਨੂੰ ਤਾਂ ਸਭ ਕੁਝ ਨੋਰਮਲ ਲੱਗਦਾ ਹੋਊਗਾ ਹੁਣ। ਉਸ ਟਾਈਮ ਬੇਟਾ ਇੱਦਾਂ ਬਿਮਾਰੀਆਂ ਵੀ ਨਹੀਂ ਸੀ ਆਉਂਦੀਆਂ ਅਤੇ ਨਾ ਹੀ ਇੱਦਾਂ ਘਰੇ ਬੰਦ ਰਹਿਣਾ ਪੈਂਦਾ ਸੀਗਾ ਸਾਨੂੰ। ਅਸੀਂ ਬਾਹਰ ਹੀ ਇੱਦਾਂ ਸਾਰੇ ਦੋਸਤਾਂ ਨਾਲ ਖੇਡਦੇ ਸੀ, ਘਰ ਦੇ ਕੰਮਾਂ ਤੋਂ ਚੱਲਦੇ ਸੀਗੇ, ਮਾਂ ਬਾਪ ਦੇ ਆਖੇ ਵੀ ਲੱਗਦੇ ਸੀ ਪਰ ਜ਼ਿਆਦਾ ਵੀ ਨਹੀਂ ਸੀ ਆਖੇ ਲੱਗਦੇ। ਤੁਸੀਂ ਮੈਨੂੰ ਦੱਸ ਰਹੇ ਸੀ ਕਿ ਤੁਹਾਡਾ ਇੰਡੀਆ 'ਚ ਪਿੰਡ 'ਚ ਇਕੱਲਾ ਇੱਕ ਟੀਵੀ ਹੁੰਦਾ ਸੀ। ਸਾਡੇ ਤਾਂ ਹਰ ਕੋਲੇ ਫੋਨ ਆ ਹੁਣ, ਅਜੇ ਤੱਕ ਕਿਸੇ ਨੂੰ ਫੋਨ ਵੀ ਨਹੀਂ ਦਿਖਾਉਂਦੇ। ਹਾਂਜੀ, ਪਰ ਤੁਹਾਡੇ ਜ਼ਮਾਨੇ 'ਚ ਤੁਸੀਂ ਕਿਵੇਂ ਮੈਨੇਜ ਕਰਦੇ ਸੀਗੇ? ਮੈਨੇਜ ਬੇਟਾ ਬਸ ਇੱਦਾਂ ਹੀ, ਜ਼ਿਆਦਾ ਪੈਸੇ ਹੁੰਦੇ ਨਹੀਂ ਸੀਗੇ ਘਰਦਿਆਂ ਕੋਲ, ਤਕਰੀਬਨ ਗਰੀਬ ਹੀ ਹੁੰਦੇ ਸੀ ਉਸ ਟਾਈਮ ਵਿੱਚ ਜ਼ਿਆਦਾ ਸਾਰੇ ਮਾਂ ਬਾਪ। ਅਤੇ ਪਿੰਡ ਵਿੱਚ ਇੱਕ ਹੀ ਜ਼ਿਆਦਾ ਟੀਵੀ, ਇੱਕ ਹੀ ਘਰ 'ਚ ਆਇਆ ਸੀ ਟੀਵੀ, ਅਤੇ ਉਹ ਚੋਰੀ ਦੇਖਣ ਜਾਂਦੇ ਸੀ ਤਾਂ ਉਹ ਨੀਚੇ ਬਿਠਾ ਕੇ ਦਿਖਾਉਂਦੇ ਸੀਗੇ ਅਤੇ ਖਬਰਾਂ ਦੇਖ ਕੇ ਬੜੇ ਅਸੀਂ ਹੈਪੀ ਹੋ ਜਾਂਦੇ ਸੀ ਕਿ ਉਹ ਮਾਈ ਗੋਡ ਖਬਰਾਂ ਦੇਖਾਂਗੇ ਅੱਜ। ਤੁਹਾਨੂੰ ਗਾਹ ਨਹੀਂ ਮਿਲਦੀ ਘਰਦਿਆਂ ਤੋਂ? ਨਹੀਂ, ਉਸ ਟਾਈਮ ਘਰ ਦੇ ਥੋੜ੍ਹੀ ਹੈਲਪ ਕਰ ਦਿੰਦੇ ਸੀ ਵੀ ਚਲੋ ਬੱਚਿਆਂ ਨੂੰ ਟੀਵੀ ਦਿਖਾ ਕੇ ਲਿਆਉਂਦੇ ਆ, ਕੋਈ ਨਵੀਂ ਚੀਜ਼ ਆਈ ਹੈਗੀ ਦੇਖਣ ਲਈ। ਆਪ ਘਰ ਦੇ ਨਹੀਂ ਸੀ ਅਫੋਰਡ ਕਰ ਸਕਦੇ ਅਤੇ ਫਿਰ ਇੱਦਾਂ ਦੇ ਦਿੰਦੇ ਸੀ ਜਾਂ ਤਾਂ ਚਲੋ ਬੱਚੇ ਦੇਖ ਆਓ ਜਾ ਕੇ। ਪਰ ਜਦੋਂ ਕਿਸੇ ਦੇ ਘਰ ਦੇਖ ਜਾਣਾ ਪੈਂਦਾ ਸੀ ਤਾਂ ਅਗਲੇ ਕਹਿੰਦੇ ਸੀ ਪਹਿਲਾਂ ਸਾਡੇ ਘਰ ਦਾ ਕੰਮ ਕਰੋ ਜੀ, ਝਾੜੂ ਮਾਰੋ ਜੀ, ਬਰਤਨ ਸਾਫ਼ ਕਰੋ ਜੀ, ਫਿਰ ਦੇਖਣ ਦੇਵਾਂਗੇ ਤੁਹਾਨੂੰ ਟੀਵੀ। ਪਰ ਅੱਜ ਕੱਲ੍ਹ ਤੁਹਾਡੇ ਲਈ ਤਾਂ ਬੈਟਰ ਹੈਗਾ, ਤੁਹਾਨੂੰ ਤਾਂ ਹਰ ਇੱਕ ਸਹੂਲਤ ਮਿਲ ਰਹੀ ਹੈ। ਸਹੂਲਤ ਤਾਂ ਹੈਗੀ, ਪਰ ਅਸੀਂ ਵੀ ਕਿਸੇ ਨੂੰ ਫੋਨ ਦਿਖਾਉਂਦੇ ਨਹੀਂ, ਆਪਦਾ ਪਾਸਵਰਡ ਆ ਲੈਂਦੇ ਹਾਂ, ਘਰਦਿਆਂ ਨੂੰ ਕਦੀ ਦਿਖਾਇਆ ਹੋਗਾ। ਹਾਂਜੀ, ਅੱਜ ਕੱਲ੍ਹ ਤਾਂ ਫਿਰ ਮਾਂ ਬਾਪ ਵੀ ਪਾਸਵਰਡ ਲਾਉਂਦੇ ਆ ਨਾ ਕਿ ਬੱਚਿਆਂ ਨੂੰ ਵੀ ਨਾ ਦਿਖਾਉਣਾ ਨਹੀਂ, ਸਾਡਾ ਵੀ ਕੋਈ ਸੀਕਰਟ ਹੋ ਸਕਦਾ ਬਈ। ਤੁਹਾਨੂੰ ਕੀ ਲੱਗਦਾ ਮੰਮੀ ਮੇਨ ਸਾਡੀ ਆਹ ਜਨਰੇਸ਼ਨ ਥੋੜੀ ਜਨਰੇਸ਼ਨ ਫਰਕ ਕੀ ਆ? ਲੈਟਸ ਫੋਰ ਐਗਜ਼ਾਮਪਲ ਆਪਾਂ ਕਹਿੰਦੇ ਹਾਂ ਮਾਂ ਪਿਓ ਦੀ ਗੱਲ ਸੁਣਨਾ। ਹੁਣ ਜਿਵੇਂ ਅਸੀਂ ਹੁਣ ਦੱਸੇ ਬਿਨਾਂ ਘਰੋਂ ਨਿਕਲ ਜਾਂਦੇ, ਹੁਣ ਪਤਾ ਵੀ ਨਹੀਂ ਘਰੇ ਕਦੋਂ ਆਉਣਾ ਅਸੀਂ, ਤੁਸੀਂ ਫੋਨ ਲਾ ਕੇ ਪੁੱਛਦੇ ਘਰੇ ਕਦੋਂ ਖਾਣਾ ਕਿ ਨਹੀਂ। ਤੁਹਾਡੇ ਜ਼ਮਾਨੇ 'ਚ ਕਮੀ ਸੀ? ਨਹੀਂ, ਜੇ ਮੇਰੇ ਟਾਈਮ ਦੀ ਗੱਲ ਕਰੋ ਤਾਂ ਥੋੜ੍ਹਾ ਅਸੀਂ ਵੀ ਚਲਾਕੀ ਕਰ ਜਾਂਦੇ ਸੀਗੇ, ਮਾਂ ਬਾਪ ਨੂੰ ਦੱਸਦੇ ਨਹੀਂ ਸੀ ਕਿ ਕਾਲਜ ਟਾਈਮ ਕਿੰਨੇ ਜਾਂ ਸਕੂਲ ਟਾਈਮ ਕਿੰਨੇ ਵਜੇ। ਜੇ ਬਚਪਨ ਦੀ ਗੱਲ ਤਾਂ ਕੋਈ ਹੋਰ ਹੁੰਦੀ, ਜਦੋਂ ਥੋੜ੍ਹੇ ਵੱਡੇ ਹੋ ਗਏ ਸੀ ਦੱਸਦੇ ਨਹੀਂ ਸੀ ਅਸੀਂ ਵੀ ਕਿ ਕਦੋਂ ਅਸੀਂ ਕਾਲਜ ਤੋਂ ਛੁੱਟੀ ਕਰਨੀ ਆ, ਅਤੇ ਚਾਹੇ ਇੱਕ ਪੀਰੀਅਡ ਲੱਗਦਾ ਜਾਂ ਨਾ ਲੱਗਦਾ ਤਾਂ ਅਸੀਂ ਉਸੇ ਟਾਈਮ ਘਰ ਆਉਣਾ ਹੁੰਦਾ ਸੀ। ਅਤੇ ਘਰ ਆ ਕੇ ਮੰਮਾ ਨੂੰ ਕਹਿਣਾ ਕਿ ਉਹ ਅੱਜ ਤਾਂ ਬਹੁਤ ਟਾਇਰਡ ਆ, ਅੱਜ ਤਾਂ ਬੜਾ ਇੰਨੀ ਜ਼ਿਆਦਾ ਬਹੁਤ ਪੜ੍ਹਾਈ ਹੋਈ ਅੱਜ। ਗੱਪ ਅਸੀਂ ਉਸ ਟਾਈਮ ਬਹੁਤ ਮਾਰਦੇ ਸੀ। ਕਿੰਨਾ ਕੰਮ ਕਰਦੇ ਸੀ ਘਰੇ ਕਦੀ? ਨਹੀਂ ਬੇਟਾ, ਮੈਂ ਨਹੀਂ ਕੰਮ ਕਰਦੀ ਸੀਗੀ, ਮੈਂ ਬਹੁਤ ਜ਼ਿਆਦਾ ਚਲਾਕ ਸੀਗੀ। ਅਤੇ ਮੈਂ ਇੱਕ ਮਿੰਟ, ਮੈਂ ਜੇ ਕੰਮ ਨਾ ਕਰਾਂ ਤੁਸੀਂ ਮੈਨੂੰ ਕਹਿੰਦੇ ਤੁਸੀਂ ਆਪਦਾ ਕੰਮ ਨਹੀਂ ਤੁਸੀਂ ਕਰਦੇ ਕਿ ਸਾਰਾ ਕੰਮ ਤੁਹਾਡਾ ਮੈਂ ਕਰਦੀ ਹਾਂ। ਨਹੀਂ, ਪਰ ਤੁਸੀਂ ਕਹਿੰਦੇ ਤੁਸੀਂ ਕਰਦੇ, ਤੁਸੀਂ ਆਪ ਨਹੀਂ ਕੰਮ ਕਰਦੇ ਸੀ। ਮੇਰੀ ਤਬੀਅਤ ਬੇਟਾ ਥੋੜ੍ਹਾ ਖਰਾਬ ਰਹਿੰਦੀ ਸੀ ਤਾਂ ਕਰਕੇ ਮੈਂ ਥੋੜ੍ਹੀ ਚਲਾਕੀ ਵਰਤ ਜਾਂਦੀ ਸੀ। ਚਲਾਕੀ ਮੈਨੂੰ ਥੋੜ੍ਹਾ ਘਰ ਦਾ ਕੰਮ ਨਹੀਂ ਪਸੰਦ ਸੀਗਾ ਕਰਨਾ, ਕਿ ਮੈਨੂੰ ਇੰਝ ਲੱਗਦਾ ਹੁੰਦਾ ਸੀ ਕਿ ਮੈਂ ਨਹੀਂ ਕਰਨਾ, ਮੈਂ ਨਹੀਂ ਕਰਨਾ ਗਾ। ਮੈਨੂੰ ਜ਼ਿਆਦਾ ਬਾਹਰ ਦੋਸਤਾਂ ਨਾਲ ਖੇਡਣਾ ਪਸੰਦ ਹੁੰਦਾ ਸੀ, ਅਤੇ ਮੈਨੂੰ ਐਂਦਾ ਹੁੰਦਾ ਕਿ ਮੰਮਾ ਆਵਾਜ਼ ਮਾਰੂਗੀ ਤਾਂ ਮੈਂ ਫਿਰ ਜਾਊਂਗੀ ਘਰ। ਮੰਮਾ ਇੱਕ ਆਵਾਜ਼ ਲਾਉਂਦੀ ਸੀ ਤਾਂ ਮੈਂ ਇਗਨੋਰ ਕਰ ਦਿੰਦੀ ਸੀ ਕਿ ਨਹੀਂ ਅਜੇ ਤਾਂ ਇੱਕ ਹੀ ਆਵਾਜ਼ ਮਾਰੀ ਹੈ, ਨਹੀਂ ਜਾਣਾ। ਅਤੇ ਬਾਅਦ ਵਿੱਚ ਮੰਮਾ ਦੂਸਰੀ ਆਵਾਜ਼ ਲਗਾਉਂਦੀ ਸੀ ਮੇਰਾ ਨਾਮ ਲੈ ਕੇ, ਤਾਂ ਮੈਂ ਫਿਰ ਸੋਚਦੀ ਸੀ ਕਿ ਨਹੀਂ ਇੱਕ ਹੋਰ ਲੱਗ ਜਾਣ ਦਿਓ। ਫਿਰ ਜਦੋਂ ਤੀਸਰੀ ਆਵਾਜ਼ ਮੰਮਾ ਮਾਰਦੀ ਸੀ ਤਾਂ ਫਿਰ ਮੈਂ ਭੱਜ ਕੇ ਚੱਲ ਜਾਂਦੀ ਸੀ। ਫਿਰ ਮੈਂ ਜਦੋਂ ਬੂਹੇ ਅੱਗੇ ਜਾ ਕੇ ਰੁਕਦੀ ਤਾਂ ਮੰਮਾ ਦੇ ਜੋ ਚੀਜ਼ ਹੱਥ ਵਿੱਚ ਆਉਂਦੀ ਸੀ ਮੇਰੇ ਉਹੀ ਵੱਜਦੀ ਸੀ। ਬੇਲਣਾ। ਪਰ ਮਾਂ ਜਿਵੇਂ ਹੁਣ ਦੇ ਜ਼ਮਾਨੇ 'ਚ ਇੱਕ ਘਰੇ ਬੇਟੀ ਪੈਦਾ ਹੁੰਦੀ ਆ ਤਾਂ ਆਪਾਂ ਜ਼ਿਆਦਾ ਅਪਰੀਸ਼ੀਏਟ ਕਰਦੇ ਹਾਂ। ਅੱਜ ਕੱਲ੍ਹ ਦੇ ਪੈਰੈਂਟਸ ਪਾਰਟੀ ਦਿੰਦੇ ਆ ਜਿਹਨਾਂ ਘਰੇ ਬੇਟੀ ਪੈਦਾ ਹੁੰਦੀ ਹੈ ਨਾ। ਪਰ ਤੁਹਾਡੇ ਅਸੀਂ ਵੀ ਪਾਰਟੀ ਦਿੱਤੀ ਬੇਟਾ। ਪਰ ਤੁਹਾਡੇ ਜ਼ਮਾਨੇ 'ਚ ਤੁਸੀਂ ਕਹਿੰਦੇ ਸੀਗੇ ਤੇ ਇੰਨਾ ਚੰਗਾ ਨਹੀਂ ਮੰਨਿਆ ਜਾਂਦਾ ਸੀ ਘਰੇ ਕੁੜੀ ਹੁੰਦੀ ਸੀਗੀ। ਹਾਂਜੀ ਹਾਂਜੀ। ਪਰ ਤੁਸੀਂ ਜਿਵੇਂ ਤੁਹਾਡੇ ਹੁਣ 3 ਭਰਾ ਹੈਗੇ ਵੱਡੇ ਹੈ ਨਾ? ਹਾਂਜੀ। ਤੁਸੀਂ ਸਾਰੇ ਤੋਂ ਵੱਡੇ ਤੁਸੀਂ ਆ? ਹਾਂਜੀ, ਮੈਂ ਹੀ ਵੱਡੀ। ਹਾਂਜੀ, ਅਤੇ ਤੁਸੀਂ ਦੱਸੋ ਤੁਹਾਡੇ ਘਰਦਿਆਂ ਨੇ ਰਿਐਕਟ ਕਿਵੇਂ ਕੀਤਾ ਅਤੇ ਤੁਸੀਂ ਉਹ ਕਿਵੇਂ ਕੋਪ ਕੀਤਾ ਉਹ ਜ਼ਮਾਨੇ 'ਚ?
ਬੇਟਾ ਜਦੋਂ ਮੈਂ ਪੈਦਾ ਹੋਈ ਸੀ ਤਾਂ ਨਹੀਂ ਜ਼ਿਆਦਾ ਨਹੀਂ ਸਾਡੇ ਘਰ ਦੇ ਹੈਪੀ ਨਹੀਂ ਸੀਗੇ, ਪਰ ਮੇਰੇ ਡੈਡ ਸੀਗੇ ਬਹੁਤ ਹੈਪੀ ਸੀਗੇ ਕਿ ਮੇਰੇ ਘਰ ਬੇਟੀ ਹੋਈ ਆ। ਤੇ ਮੰਮਾ ਬੜਾ ਰੋਂਦੇ ਸੀਗੇ। ਤੇ ਜਦ ਫਿਰ ਮੰਮਾ ਮੈਨੂੰ ਲੈ ਕੇ ਆਏ ਇੱਧਰ ਪਿੰਡ ਤਾਂ ਮੈਨੂੰ ਨਹੀਂ ਕੋਈ ਪਸੰਦ ਕਰਦਾ ਸੀਗਾ। ਉਸ ਤੋਂ ਬਾਅਦ ਬੇਟਾ ਫਿਰ ਵੀ ਮੇਰੇ ਬ੍ਰਦਰ ਪੈਦਾ ਹੋਏ ਤਾਂ ਉਸ ਤੋਂ ਬਾਅਦ ਮੇਰੀ ਤਾਂ ਫਿਰ ਵੈਲਿਊ ਖਤਮ ਹੀ ਹੋ ਗਈ ਸੀ। ਤਾਂ ਮੇਰੇ ਤਾਂ ਸਾਰਾ ਦਿਨ ਕੁੱਟ ਹੀ ਪੈਂਦੀ ਸੀਗੀ। ਜ਼ਿਆਦਾ ਮੇਰੇ ਬ੍ਰਦਰ ਨੂੰ ਲਾਈਕ ਕੀਤਾ ਜਾਂਦਾ ਸੀ, ਪਰ ਜੋ ਮੇਰੇ ਡੈਡੀ ਮੈਨੂੰ ਬਹੁਤ ਲਾਈਕ ਕਰਦੇ ਆ ਉਹ ਹੁਣ ਤੱਕ ਵੀ ਮੈਨੂੰ ਹੀ ਜ਼ਿਆਦਾ ਲਾਈਕ ਕਰਦੇ ਆ। ਪਰ ਹੁਣ ਤਾਂ ਮੰਮਾ ਵੀ ਲਾਈਕ ਕਰਦੀ ਆ, ਉਸ ਟਾਈਮ ਮੰਮਾ ਬਹੁਤ ਕੁੱਟਦੀ ਸੀ ਮੈਨੂੰ। ਨਹੀਂ ਜਾਣੀ ਕਿ ਤੁਹਾਡੇ ਵੱਡੇ ਤੁਹਾਡੇ 3 ਭਰਾ ਹੋ ਨਾ, ਪਿੱਛੇ ਤੁਹਾਡੇ ਛੋਟੇ ਹਰ ਵੱਡੇ ਤੁਸੀਂ ਹੈਗੇ। ਹਾਂਜੀ। ਤੇ ਤੁਹਾਨੂੰ ਕੋਈ ਉਹ ਬੁਲੀ ਨਹੀਂ ਕਰਦੇ ਸੀਗੇ, ਟੁੰਟੀਸ ਨਹੀਂ ਕਰਦੇ ਸੀ ਉਹਦਾ ਨਾਮ? ਕਰਦੇ ਬਹੁਤ ਜ਼ਿਆਦਾ ਕਰਦੇ ਸੀ। ਤੰਗ ਨਹੀਂ ਕਰਦੇ ਸੀ ਕਹਿੰਦੇ ਸੀ ਮੁੰਡੇ ਆ ਕੁੜੀ ਆ? ਫਨੀ ਵੀ ਸੀ ਥੋੜੀ ਜ਼ਿਆਦਾ, ਥੋੜੀ ਅੜਬ ਵੀ ਸੀ। ਇਸ ਟਾਈਮ ਵੀ ਥੋੜੀ ਮੈਂ ਹੈਗੀ ਆ, ਫਨੀ ਵੀ ਆ ਅੜਬ ਵੀ ਆ। ਤੇ ਉਸ ਟਾਈਮ ਜ਼ਿਆਦਾ ਮੈਨੂੰ ਇਦਾਂ ਮੇਰਾ ਨਾਮ ਉਹਨਾਂ ਨੇ ਰੱਖਿਆ ਹੋਇਆ ਸੀ ਬਾਲਣ। ਬਾਲਣ ਕਹਿ ਕਹਿ ਕੇ ਮੈਨੂੰ ਛੇੜਦੇ ਹੁੰਦੇ ਸੀ ਸਾਰੇ ਕਿ ਸਾਰਾ ਦਿਨ ਮੱਚਦੀ ਰਹਿੰਦੀ। ਓਹੋ ਇਹ ਤਾਂ ਔਖਾ ਹੋ ਗਿਆ। ਮੈਂ ਜੈਲਸ ਕਰਦੀ ਸੀ ਕਿ ਮੇਰੇ ਬ੍ਰਦਰ ਆ ਜਿਹੜੇ ਉਹਨਾਂ ਨੂੰ ਜ਼ਿਆਦਾ ਲਾਈਕ ਕੀਤਾ ਜਾਂਦਾ, ਕਿ ਉਹਨਾਂ ਨੂੰ ਘਰ ਵਿੱਚ ਹਰ ਚੀਜ਼ ਪਹਿਲਾਂ ਫਸਟ ਦਿੱਤੀ ਜਾਂਦੀ ਹੈ, ਮੈਨੂੰ ਨਹੀਂ ਦਿੱਤੀ ਜਾਂਦੀ। ਕਿ ਘਰ ਵਿੱਚ ਜਾਂ ਦੁੱਧ ਪੀਣ ਲਈ ਬ੍ਰਦਰ ਨੂੰ ਦਿੱਤਾ ਜਾਂਦਾ ਸੀ ਤੇ ਮੈਨੂੰ ਨਹੀਂ ਦਿੱਤਾ ਜਾਂਦਾ ਸੀ। ਕੋਈ ਗੱਲ ਨਹੀਂ, ਇਹ ਤਾਂ ਬੇਟੀ ਆ, ਨਹੀਂ ਦੇਣਾ ਇਸ ਨੂੰ। ਪਰ ਅਸੀਂ ਤਾਂ ਤੁਹਾਡੇ ਨਾਲ ਨਹੀਂ ਇਦਾਂ ਕੀਤਾ। ਅਸੀਂ ਤਾਂ ਜੋ ਚੀਜ਼ ਪਿੰਦਰ ਨੂੰ ਆਮ ਵੈਰੀ ਲੱਕੀ। ਹਾਂਜੀ ਵੈਰੀ ਲੱਕੀ ਤੁਸੀਂ, ਕਿਉਂਕਿ ਦ ਥਿੰਗ ਇਜ਼ ਆਪਾਂ ਜੇ ਹੁਣ ਆਪਾਂ ਜੇ ਜ਼ਮਾਨੇ 'ਚ ਆਪਾਂ ਫੋਰ ਐਗਜ਼ਾਮਪਲ ਜੇ ਮੇਰੇ ਨਾਲ ਕੋਈ ਚੀਜ਼ ਗਲਤ ਹੋਈ ਹੈ, ਜੇ ਮੈਂ ਉਹਦੇ ਗਾਂ ਬੱਚਿਆਂ ਨਾਲ ਕਰਾਂ ਫਿਰ ਮੇਰੀ ਆਪਦੀ ਗਲਤੀ ਹੋਈ ਹੈ। ਇਹ ਤਾਂ ਹੈ। ਇਹ ਥੋੜੀ ਇਹ ਸੋਚ ਬਹੁਤ ਵਧੀਆ ਲੱਗੀ ਮੈਨੂੰ, ਕਿਉਂਕਿ ਮੈਂ ਬਚਪਨ ਤੋਂ ਹੀ ਸੋਚ ਲਿਆ ਸੀ ਕਿ ਜੋ ਮੇਰੇ ਨਾਲ ਹੋਇਆ ਮੈਂ ਆਪਣੇ ਬੱਚਿਆਂ ਨਾਲ ਨਹੀਂ ਕਰਾਂਗੀ। ਕਿ ਮੇਰੇ ਬੇਟੀ ਹੋਊਗੀ ਜਾਂ ਮੇਰੇ ਬੇਟਾ ਹੋਊਗਾ ਤਾਂ ਮੈਂ ਉਹਨਾਂ 'ਚ ਫਰਕ ਨਹੀਂ ਕਰੂੰਗੀ, ਮੈਂ ਉਹਨਾਂ ਨੂੰ ਇੱਕ ਸਮਾਨ ਹੀ ਰੱਖੂੰਗੀ। ਹਾਂਜੀ। By the way guys, today we will not have the spice challenge because of health reasons, especially my mom, she cannot handle spice. ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਏ, ਆਪਾਂ ਗੇਮ ਖੇਡਾਂਗੇ। ਓਕੇ। This game will be basically ਗਾਣੇ ਦਾ Song ਲਿਰਿਕ ਕੰਪਲੀਟ ਕਰਨਾ। ਓਕੇ। ਤੁਹਾਨੂੰ ਮੈਂ 3 ਗਾਣੇ ਸੁਣਾਉਂ, ਤੁਸੀਂ ਅੱਗੇ ਗਾਣੇ ਕੰਪਲੀਟ ਕਰਨੇ ਆ। ਓਕੇ ਡਨ। ਓਕੇ Song number 1 ready? Yes, ready. तेरी बिल्ली बिल्ली अख मेरी लाल गोरिए। वाओ nice okay song number 2 okay कई जा फुल तेरे वर्गे ने। nice so now song number 3 okay तेरी पसंद उत्ते लखा मर दे। you sure? Yeah. nice so let's move on ਅੱਗੇ ਸੈਗਮੈਂਟ ਚੱਲਦੇ ਆਪਾਂ। Okay. ਤੇ ਆਪਾਂ ਹੁਣ ਛੋਟੀ ਗੱਲਾਂ ਆਪਾਂ ਕਰ ਰਹੇ ਸੀ ਤੁਹਾਡੇ ਬਚਪਨ ਦੀਆਂ, ਹਨਾ। ਆਪਾਂ ਹੁਣ ਗੱਲ ਕਰਦੇ ਤੁਹਾਡੇ ਸਕੂਲ ਦੇ ਜ਼ਮਾਨੇ ਦੀ। ਓਕੇ ਕਰੋ ਆਫ ਕੋਰਸ। ਹੁਣ ਦੇ ਜ਼ਮਾਨੇ 'ਚ ਐਜ਼ ਇਨ ਆਪਾਂ ਹਜੇ ਵੀ ਲੜਾਈਆਂ ਚੱਲ ਰਹੀਆਂ ਕਿ ਕੁੜੀਆਂ ਨੂੰ ਪੜ੍ਹਾਉਣਾ ਚਾਹੀਦਾ ਅੱਗੇ। ਕਈ ਹਜੇ ਵੀ ਪਿੰਡ ਹੈਗੇ ਜਿੱਥੇ ਕੁੜੀਆਂ ਨੂੰ ਨਹੀਂ ਪੜ੍ਹਾਉਂਦੇਗੇ, ਪਰ ਤੁਹਾਡੇ ਜ਼ਮਾਨੇ 'ਚ ਤੁਸੀਂ ਬੈਚਲਰਸ ਕੀਤੀ ਵੀ ਆ, ਉਹ ਵੀ ਪੰਜਾਬੀ ਲਿਟਰੇਚਰ ਵਿੱਚ। ਹਾਂਜੀ। ਤੁਸੀਂ ਐਕਸਪਲੇਨ ਕਰੋ ਜਰਾ ਕਿ ਤੁਹਾਨੂੰ ਉਦੋਂ ਸਪੋਰਟ ਕਿਵੇਂ ਉਹਨੂੰ ਮਿਲਿਆ? ਨਹੀਂ ਮੇਰੇ ਟਾਈਮ ਤਾਂ ਬੇਟਾ ਕੋਈ ਪੜਾਉਂਦਾ ਹੀ ਨਹੀਂ ਸੀ। ਮੈਂ ਬੇਟੀਆਂ ਨੂੰ ਸਾਰੇ ਇਦਾਂ ਕਹਿੰਦੇ ਸੀ ਕਿ ਨਹੀਂ ਬੇਟੀਆਂ ਨੂੰ ਪੜ੍ਹਾ ਕੇ ਕੀ ਲੈਣਾ, ਘਰ ਦੇ ਕੰਮ ਕਰਾਓ, ਇਹਨਾਂ ਨੂੰ ਗੋਹਾ ਕੂੜਾ ਸੁੱਟਣ ਸਿਖਾਓ, ਇਹਨਾਂ ਨੂੰ ਘਰ ਦੇ ਬਰਤਨ ਸਾਫ਼ ਕਰਨੇ ਸਿਖਾਓ ਜਾਂ ਘਰ ਦਾ ਫੂਡ ਬਣਾਉਣਾ ਸਿਖਾਓ ਇਹਨਾਂ ਨੂੰ, ਕਿ ਜੋ ਇਹਨਾਂ ਦੇ ਸਹੁਰੇ ਘਰ ਕੰਮ ਆਊਗਾ। ਪਰ ਮੇਰੇ ਡੈਡੀ ਦੀ ਜਿਹੜੀ ਸੋਚ ਸੀਗੀ ਉਹ ਵਧੀਆ ਸੀਗੇ, ਕਿਉਂਕਿ ਡੈਡੀ ਉਸ ਟਾਈਮ ਉਹਨਾਂ ਨੇ ਵੀ 10 ਕਲਾਸ ਕਰੀ ਹੋਈ ਸੀਗੀ ਤੇ ਉਹ ਜ਼ਿਆਦਾ ਮੈਨੂੰ ਪੜਾਉਣਾ ਪਸੰਦ ਕਰਦੇ ਸੀ। ਉਹਨਾਂ ਨੇ ਵੀ ਇੱਕ ਹੀ ਕਿਹਾ ਸੀ ਕਿ ਬੇਟਾ ਜਿੰਨਾ ਟਾਈਮ ਤੂੰ ਪੜ੍ਹਨਾ ਚਾਹੁੰਦੀ ਹੈ ਪੜ੍ਹ, ਅਗਰ ਤੂੰ ਇੱਕ ਕਲਾਸ 'ਚ ਫੇਲ ਹੁੰਦੀ ਆ ਫਿਰ ਨਹੀਂ ਪੜ੍ਹਨ ਦੇਣਾਗਾ। ਤੇ ਮੰਮਾ ਕਹਿੰਦੇ ਸੀ ਕਿ ਹਟਾਓ ਇਹਨੂੰ, ਘਰ ਦਾ ਕੰਮ ਸਿਖਾ ਇਹਨੂੰ। ਤੇ ਨਹੀਂ ਇਹਨਾਂ ਨੇ ਇਹਦੇ ਸਹੁਰਿਆਂ ਨੇ ਇਹਨੂੰ ਇੱਕ ਵੀ ਨਹੀਂ ਦਿਨ ਰੱਖਣਾ ਤੇ ਕਹਿ ਦੇਣਗੇ ਲੈ ਜਾਓ ਆਦੀ ਕੁੜੀ ਨੂੰ ਵਾਪਸ। ਤੇ ਤੁਹਾਨੂੰ ਪੜ੍ਹਨਾ ਪਸੰਦ ਸੀਗਾ? ਨਹੀਂ ਮੈਨੂੰ ਜ਼ਿਆਦਾ ਪਸੰਦ ਨਹੀਂ ਸੀ, ਮੈਂ ਇੰਨੀ ਜ਼ਿਆਦਾ ਹੁਸ਼ਿਆਰ ਤਾਂ ਹੈ ਨਹੀਂ ਸੀਗੀ, ਪਰ ਥੋੜ੍ਹੀ ਬਹੁਤੀ ਨਕਲ ਮਾਰ ਕੇ ਮੈਂ BA ਕਰ ਹੀ ਲਈ ਪੰਜਾਬੀ ਨਾਲ। ਅੱਛਾ ਮੈਨੂੰ ਮੰਮੀ ਨੇ ਕਹਾਣੀ ਦੱਸੀ ਆਪਦੀ, ਕਹਿੰਦੀ ਕਿ ਮੈਨੂੰ ਸਕੂਲ ਜਾਣਾ ਇੰਨਾ ਨਹੀਂ ਪਸੰਦ ਸੀ ਕਿ ਇੱਕ ਦਿਨ ਮੈਂ ਕੰਨ ਬਣਾ ਕੇ ਆ ਗਈ। ਹਾਂਜੀ ਬੇਟਾ ਉਹ ਤਾਂ ਮੈਨੂੰ ਲੱਗਦਾ 3rd ਜਾਂ 4th ਕਲਾਸ ਵਿੱਚ ਹੋਊਂਗੀ। ਉਸ ਟਾਈਮ ਵਿੱਚ ਮੈਨੂੰ ਇੱਦਾਂ ਬਹੁਤ ਪਸੰਦ ਹੁੰਦਾ ਸੀ ਕਿ ਮੇਰੀਆਂ 2 ਗੁੱਤਾਂ ਕਰੇ ਮੰਮਾ ਮੇਰੀ, ਤੇ ਮੰਮਾ ਨੂੰ ਇੰਨਾ ਟਾਈਮ ਨਹੀਂ ਮਿਲਦਾ ਸੀ ਕਿਉਂਕਿ ਬ੍ਰਦਰ ਛੋਟੇ ਸੀਗੇ ਤੇ ਘਰ ਦਾ ਕੰਮ ਮੰਮਾ ਇਕੱਲੇ ਕਰਦੇ ਸੀਗੇ। ਤੇ ਮੰਮਾ ਇੱਕ ਦਿਨ ਮੇਰੀਆਂ 2 ਗੁੱਤਾਂ ਕਰ ਦਿੰਦੀ ਸੀ ਤੇ 5-6 ਦਿਨ ਮੈਨੂੰ ਉੱਦਾਂ ਹੀ ਜਾਣਾ ਪੈਂਦਾ ਸੀ ਸਕੂਲ ਵਿੱਚ। ਤੇ ਫਿਰ ਇੱਕ ਦਿਨ ਮੇਰਾ ਮਨ ਬਣਿਆ ਤੇ ਮੈਂ ਆਪਣੀ ਦੋਸਤ ਨੂੰ ਕਿਹਾ ਕਿ ਆਪਾਂ ਅੱਜ ਕੰਨ ਬਣਾਏ ਹੋਏ ਆ ਤੇ ਆਪਾਂ ਅੱਜ ਨਾ ਮਜ਼ੇ ਕਰਦੇ ਆ, ਆਪਾਂ ਘਰਦਿਆਂ ਨੂੰ ਕਹਿੰਦੇ ਆ ਕਿ ਸਾਨੂੰ ਸਕੂਲ 'ਚ ਅੱਜ ਇਜਾਜ਼ਤ ਨਹੀਂ ਦਿੱਤੀ।
ਅਸੀਂ ਪਤਾ ਕੀ ਕੀਤਾ, ਅਸੀਂ ਸਕੂਲ ਦੇ ਗੇਟ ਅੱਗੇ ਗਏ ਤੇ ਮੇਰੀ ਇੱਕ ਦੋਸਤ ਸੀਗੀ ਕੁਲਵੰਤ, ਤੇ ਕੰਤੀ ਉਹਨੂੰ ਕਹਿੰਦੇ ਸੀ ਅਸੀਂ, ਉਹ ਨਾਨਕੀ ਰਹਿੰਦੀ ਸੀਗੀ। ਤੇ ਬਾਅਦ ਵਿੱਚ ਜਦੋਂ ਅਸੀਂ ਸਕੂਲ ਅੱਗੇ ਗਏ ਤੇ ਮੈਂ ਨਾ ਸ਼ਰਾਰਤ ਮਨ ਨਾਲ ਸੋਚ ਕੇ ਤੇ ਮੈਂ ਰੋਂਦੀ ਘਰ ਵਾਪਸ ਆ ਗਈ। ਤੇ ਮੰਮਾ ਪੁੱਛਦੇ ਕਿ ਕੀ ਗੱਲ ਆ, ਤੂੰ ਮੁੜਿਆ ਹੀ ਹੈਗੀ? ਤੇ ਮੈਂ ਕਿਹਾ ਨਹੀਂ ਮੰਮਾ, ਉਹਨਾਂ ਨੇ ਟੀਚਰ ਅੱਜ ਕਹਿ ਰਹੇ ਹੈਗੇ ਕਿ ਤੇਰੇ ਕੰਨ ਤੂੰ ਅੱਜ ਬਣਾਏ ਆ ਤੇ ਅੱਜ ਨਹੀਂ, ਫਿਰ ਤੂੰ ਪੇਨ ਹੁੰਦੀ ਆ ਤੇਰੇ, ਅੱਜ ਤੂੰ ਘਰੇ ਚੱਲ ਜਾ। ਮੰਮਾ ਨੇ ਉਹ ਛਿੱਤਰ ਮਾਰੇ ਮੇਰੇ। ਓਹੋ, ਤੇ ਅਸੀਂ ਜਗ੍ਹਾ ਸਾਡੇ ਸਿਰ ਦੋ ਤਾਂ ਸੱਚੀ ਦੋ ਮੰਮੀ ਕੋਲ ਨਹੀਂ, ਸਕੂਲ ਜਾਓ, ਤੁਸੀਂ ਸਕੂਲ ਜਾਣਾ ਹੀ ਜਾਣਾ, ਤੇ ਆਪਦੀ ਗੱਪ ਮਾਰਦੇ ਘਰ ਜਾਂਦੇ ਸੀਗੇ। ਨਹੀਂ ਬੇਟੇ, ਅੱਜ ਕੱਲ ਜਿਹੜੀ ਪੜ੍ਹਾਈ ਆ ਤੁਹਾਡੀ ਤਾਂ ਵਧੀਆ ਹੈਗੀ, ਫਨੀ ਆ, ਤੂੰ ਸਾਨੂੰ ਵਧੀਆ ਸਕੂਲ ਮਿਲਦੇ ਹੈਗੇ, ਇੱਦਾਂ ਖੇਡਣ ਨੂੰ ਵਧੀਆ ਮਿਲਦਾ ਤੁਹਾਨੂੰ, ਤਾਂ ਤੁਸੀਂ ਤਾਂ ਜ਼ਿਆਦਾ ਲਾਈਕ ਕਰਦੇ ਆ ਸਕੂਲ ਜਾਣਾ। ਤੁਹਾਨੂੰ ਚਲੋ ਨਾਨਾ ਜੀ ਨੇ ਸਪੋਰਟ ਕੀਤਾ, ਨਾਨੀ ਜੀ ਨੂੰ ਚਲੋ ਕਰਨਾ ਪੈ ਗਿਆ, ਕੋਈ ਨਾ ਹਸਬੈਂਡ ਕਹਿ ਰਹੇ ਸੀਗੇ, ਪਰ ਪਿੰਡ ਵਿੱਚ ਸੁਸਾਇਟੀ ਨੇ ਕਿਸੇ ਕੁਛ ਕਹਿ ਨਹੀਂ ਕਿਹਾ ਕੁੜੀਆਂ ਕਾਹ ਤੋਂ ਸਕੂਲ ਘੱਲਦੇ ਤੁਸੀਂ? ਹਾਂਜੀ ਬੇਟਾ, ਜਦੋਂ ਮੈਂ ਸਕੂਲ ਖਤਮ ਹੋ ਗਿਆ ਤਾਂ ਫਿਰ ਨੈਕਸਟ ਸਕੂਲ ਵੀ ਸਾਡਾ ਪਿੰਡ ਦੇ ਕੋਲ ਹੀ ਸੀ, ਬਾਜੇਖਾਨੇ ਜਾਣਾ ਪੈਂਦਾ ਸੀ ਸਾਨੂੰ, ਤੇ ਵਧੀਆ ਉੱਥੇ ਵੀ ਸਾਡੀ ਚੱਲਦੀ ਸੀ ਪੜ੍ਹਾਈ। ਤੇ ਉੱਦਾਂ ਫਿਰ ਸਾਨੂੰ ਕਾਲਜ ਟਾਈਮ ਫਿਰ ਸਾਨੂੰ ਬੱਸ 'ਤੇ ਜਾਣਾ ਪੈਂਦਾ ਸੀ। ਫਿਰ ਅਸੀਂ ਗੋਨਿਆਂ ਨੇ ਕਾਲਜ ਭਾਈ ਆਸਾ ਸਿੰਘ 'ਚ ਮੈਂ BA ਫਾਈਨਲ ਕੀਤੀ। ਉਸ ਟਾਈਮ ਵਿੱਚ ਜਿਹੜੀ ਲੋਕਾਂ ਦੀ ਸੋਚ ਸੀਗੀ ਉਹ ਵਧੀਆ ਸੋਚ ਨਹੀਂ ਸੀਗੀ ਕੁੜੀਆਂ ਵਾਸਤੇ, ਤੇ ਪਿੰਡ ਵਿੱਚੋਂ ਅਸੀਂ 3 ਕੁੜੀਆਂ ਹੀ ਜਾਂਦੀਆਂ ਸੀ ਗੋਨਿਆਂ ਨੇ, ਤੇ ਜ਼ਿਆਦਾ ਲੋਕ ਵੇਖਦੇ ਸੀ ਕਿ ਕੁੜੀਆਂ ਕਿੱਧਰ ਜਾਂਦੀਆਂ ਹੈਗੀਆਂ, ਕਿ ਸੁਬਾਹ ਚਲੀਆਂ ਜਾਂਦੀਆਂ ਤੇ ਸ਼ਾਮ ਨੂੰ ਘਰ ਆਉਂਦੀਆਂ, ਪਤਾ ਨਹੀਂ ਕਿੱਥੇ ਜਾਂਦੀਆਂ ਹੈਗੀਆਂ। ਤੇ ਉਹ ਇੱਦਾਂ ਫਿਰ ਮੈਂ ਜ਼ਿਆਦਾ ਖੁੱਲ੍ਹੇ ਦਿਲ ਵਾਲੀ ਸੀਗੀ ਮੈਨੂੰ ਜ਼ਿਆਦਾ ਗੱਲਾਂ ਕਰਨਾ ਪਸੰਦ ਸੀ। ਮੈਂ ਕੁੜੀਆਂ ਜਾਂ ਮੁੰਡਿਆਂ ਵਿੱਚ ਫਰਕ ਨਹੀਂ ਸਮਝਦੀ ਸੀ ਕਿ ਮੁੰਡੇ ਵੀ ਦੋਸਤ ਬਣ ਜਾਂਦੇ ਸੀ ਮੇਰੇ, ਕੁੜੀਆਂ ਤਾਂ ਸੀਗੀਆਂ ਆਫਕੋਰਸ ਦੋਸਤ, ਪਰ ਜ਼ਿਆਦਾ ਮੈਂ ਇੰਨਾ ਜ਼ਿਆਦਾ ਸਹੇਲੀ ਕੋਈ ਜਾਂਦੀ, ਕੋਈ ਰੀਅਲ ਸਹੇਲੀ ਨਹੀਂ ਬਣਾਉਂਦੀ ਸੀ ਆਪਦੀ। ਹਾਂਜੀ ਇੰਜੋਈ ਟਾਈਮ ਪਾਸ ਜਿੱਦਾਂ ਵੀ ਥੋੜ੍ਹੇ ਜਿਹੇ ਬਣਾ ਲਈ ਤੇ ਜ਼ਿਆਦਾ ਨਹੀਂ। ਬਾਅਦ ਵਿੱਚ ਫਿਰ ਜੋ ਮੈਂ ਕਦੇ ਕਿਸੇ ਨਾਲ ਗੱਲਾਂ ਕਰਦੀ ਇੱਦਾਂ ਬੱਸ ਵਿੱਚ, ਤਾਂ ਘਰ ਦੇ ਜਿਹੜੇ ਲੋਕ ਦੇਖਦੇ ਸੀ ਉਹ ਗੱਲਾਂ ਸ਼ਿਕਾਇਤ ਕਰਦੇ ਡੈਡੀ ਨੂੰ ਆ ਕੇ ਕਿ ਤੁਹਾਡੀ ਬੇਟੀ ਆ ਜਿਹੜੀ ਉਹ ਬੜੀਆਂ ਗੱਲਾਂ ਮਾਰਦੀ ਆ, ਜਾਂ ਮੁੰਡਿਆਂ ਨਾਲ ਗੱਲਾਂ ਮਾਰਦੀ ਆ, ਜਾਂ ਕੁੜੀਆਂ ਨਾਲ ਗੱਲਾਂ ਮਾਰਦੀ ਆ। ਤਾਂ ਡੈਡੀ ਹੱਸ ਕੇ ਕਹਿ ਦਿੰਦੇ ਕੋਈ ਗੱਲ ਨਹੀਂ, ਅਸੀਂ ਸਾਨੂੰ ਵੀ ਆਪਣੇ ਬੱਚਿਆਂ ਦੇ ਯਕੀਨ ਹੈਗਾ, ਭਰੋਸਾ ਸਾਨੂੰ ਕਿ ਸਾਡੇ ਬੱਚੇ ਜਿਹੜੇ ਆ ਉਹ ਵਧੀਆ ਹੈਗੇ, ਗੁੱਡ ਹੈਗੇ, ਵੀ ਅਸੀਂ ਕਿਸੇ ਦੇ ਸੁਣੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ। ਅਸੀਂ ਇੱਦਾਂ ਮੇਰੇ ਡੈਡੀ ਦੀ ਸ਼ੁਰੂ ਤੋਂ ਮੇਰੇ ਨਾਲ ਸਪੋਰਟ ਰਹੀ ਆ, ਹੁਣ ਤੱਕ ਵੀ ਸਪੋਰਟ ਆ ਮੇਰੇ ਨਾਲ। ਹਾਂਜੀ, ਨਾਨੀ ਬਹੁਤ ਵਧੀਆ ਬੰਦੇ ਸੌਣ ਅੱਗੇ, ਉਹਨਾਂ ਨੇ ਤੁਹਾਨੂੰ ਬਹੁਤ ਸਪੋਰਟ ਕੀਤਾ ਹੈਗਾ। ਹਾਂਜੀ, ਪਰ ਜਿਵੇਂ ਤੁਸੀਂ ਕਹਿ ਰਹੇ ਆ ਜੋ ਸੀਰੀਅਸ ਪਾਰਟ ਸਾਈਡ ਰੱਖਦੇ ਆਪਾਂ, ਤੁਹਾਡਾ ਕੋਈ ਅਫੇਅਰ ਸੀ ਸਕੂਲ 'ਚ? ਨਹੀਂ ਨੋ ਅਫੇਅਰ ਬੇਟੇ ਉਸ ਟਾਈਮ, ਚਲੋ ਅਫੇਅਰ ਨਹੀਂ, ਆਪਾਂ ਅਫੇਅਰ ਨਹੀਂ, ਚਲੋ ਬॉयਫ੍ਰੈਂਡ ਯੂ ਨੋ। ਉਹ ਯਾ ਬॉयਫ੍ਰੈਂਡ ਤਕਰੀਬਨ ਇੱਕ ਤਾਂ ਹਾਏ ਵੈਸੇ ਮੈਂ ਨਾਮ ਲੈਣਾ ਨਹੀਂ ਪਸੰਦ ਕਰੂੰਗੀ ਵੈਸੇ, ਤੇ ਉਂਝ ਅਟੈਚਮੈਂਟ ਕਿਸੇ ਨਾਲ ਤਾਂ ਇੱਕ ਨਾ ਹੋ ਹੀ ਜਾਂਦੀ ਹੈ, ਪਰ ਸ਼ੁਰੂ ਤੋਂ ਮੈਂ ਸਟੱਡੀ ਗਰਲਜ਼ ਸਕੂਲ ਵੀ ਸਾਡਾ ਕੁੜੀਆਂ ਦਾ ਸੀ ਤੇ ਕਾਲਜ ਵੀ ਸਾਡਾ ਗਰਲਜ਼ ਸੀਗਾ, ਤੇ ਬॉयਜ਼ ਨਾਲ ਜ਼ਿਆਦਾ ਮੈਂ ਪੜ੍ਹਨਾ ਪਸੰਦ ਨਹੀਂ ਕਰਦੀ ਸੀਗੀ, ਕਿਉਂਕਿ ਉਸ ਟਾਈਮ ਲੋਕਾਂ ਦੀ ਸੋਚ ਸੀਗੀ ਕਿ ਇਕੱਠੇ ਪੜ੍ਹਨ ਨਾਲ ਜਾਂ ਕੁੜੀਆਂ ਖਰਾਬ ਹੋ ਜਾਂਦੀਆਂ, ਪਰ ਇਹ ਤਾਂ ਆਪਣੀ ਸੋਚ ਤੇ ਡਿਪੈਂਡ ਆ ਕਿ ਜੇ ਖਰਾਬ ਹੋਣਾ ਤਾਂ ਉਹ ਫਿਰ ਘਰ ਬੈਠੇ ਵੀ ਹੋ ਜਾਂਦੇ ਆ। ਪਰ ਕਦੀ ਆਏ ਨਹੀਂ ਹੋਇਆ ਕਿ ਬॉयਫ੍ਰੈਂਡ, ਕਿਉਂਕਿ ਅੱਜ ਕੱਲ੍ਹ ਤਾਂ ਆਪਾਂ ਅਸੀਂ ਬਾਹਰ ਹੀ ਮਿਲ ਪੈਂਦੇ, ਹਾਂਜੀ, ਪਰ ਕਦੀ ਆਏ ਨਹੀਂ ਹੋਇਆ ਕਿ ਮੁੰਡਾ ਤੁਹਾਡੇ ਪਿੰਡ ਤੇ ਘਰੇ ਵੀ ਆ ਗਿਆ ਹੋਵੇ? ਉਹ ਲਾਏ ਹੋਣੇ ਕਦੇ ਚੱਕਰ। ਕਹਾਣੀ ਦੱਸੋ ਨਾ, ਕੋਈ ਸਟੋਰੀ ਦੱਸੋ ਨਾ। ਉਹ ਹਾਂਜੀ, ਗਲੀ ਦੇ ਚੱਕਰ ਇੱਕ ਅੱਧੀ ਵਾਰ ਮੇਰੇ ਫਰੈਂਡ ਨੇ ਕਦੇ ਲਾਏ ਹੋਣੇ ਆ ਚੱਕਰ, ਤੇ ਉਹ ਸਾਡੇ ਬੂਹੇ ਅੱਗੇ ਬਰਫ਼ ਨਹੀਂ, ਉਦੋਂ ਫਰਿੱਜਾਂ ਨਹੀਂ ਹੁੰਦੀਆਂ ਸੀਗੀਆਂ, ਤੇ ਬਰਫ਼ ਵੇਚਣ ਵਾਲੇ ਆਉਂਦੇ ਹੁੰਦੇ ਸੀ। ਤਾਂ ਮੈਂ ਕਾਲਜ ਦੇ ਵਿੱਚੋਂ ਆਈ ਤੇ ਉਹ ਦੋਸਤ ਮੇਰਾ ਨਾਲ ਹੀ ਮੇਰੇ ਬੱਸ ਵਿੱਚ ਸੀਗਾ, ਤੇ ਮੈਨੂੰ ਉਹਨੇ ਦੱਸਿਆ ਨਹੀਂ ਕਿ ਮੈਂ ਤੁਹਾਡੇ ਅੱਜ ਗਲੀ ਵਿੱਚ ਆਉਣਾ ਪਿੱਛੇ ਤੇਰੇ। ਤੇ ਬਾਅਦ ਵਿੱਚ ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਗੁਆਂਢੀ ਮੈਨੂੰ ਕਹਿ ਰਿਹਾ ਕਿ ਰਾਣੀ ਤੇਰਾ ਜਿਹੜਾ ਜੋ ਦੋਸਤ ਹੈ ਨਾ ਉਹ ਅੱਜ ਗਲੀ ਵਿੱਚ ਦੀ ਜਾ ਰਿਹਾ ਸੀ, ਤੇ ਕਹਿ ਰਿਹਾ ਸੀ ਕਿ ਬਰਫ਼ ਮੈਂ ਦੇ ਕੇ ਆਉਣੀ ਉਹਨਾਂ ਦੇ ਘਰ। ਉਹ ਤਾਂ ਹੁੰਦੇ ਰਹਿੰਦੇ ਸੀ ਫਨੀ ਹਾਦਸੇ। ਕਦੀ ਫੜੀ ਨਹੀਂ ਗਏ? ਨਹੀਂ ਫੜੇ ਨਹੀਂ ਗਏ। ਤੇ ਤੁਸੀਂ ਆਪ ਨਹੀਂ ਕਿਸੇ ਇੰਟਰਸਟ ਦਿਖਾਇਆ ਕਿਸੇ ਨੂੰ? ਨਹੀਂ, ਮੈਨੂੰ ਇੰਟਰਸਟ ਨਹੀਂ ਸੀਗਾ ਇੰਨਾ ਜ਼ਿਆਦਾ, ਬਸ ਉਂਝ ਵੀ ਦੋਸਤ ਤਾਂ ਸੀਗਾ, ਤੇ ਪਰ ਵੀ ਕੋਈ ਇੱਦਾਂ ਅਫੇਅਰ ਨਹੀਂ ਜ਼ਿਆਦਾ ਸੀਗਾ ਉਹਦੇ ਨਾਲ। ਹਾਂਜੀ, ਦੋਸਤ ਜਿਵੇਂ ਦੋਸਤੀ ਹੁੰਦੀ ਕੁੜੀਆਂ ਨਾਲ, ਇਸ ਤਰ੍ਹਾਂ ਦਾ ਹੀ ਸੀਗਾ ਉਹ ਵੀ ਦੋਸਤ ਮੇਰਾ। ਠੀਕ ਆ। ਜਿਵੇਂ ਹੁਣ ਅੱਜ ਕੱਲ੍ਹ ਮੈਨੂੰ ਬਚਪਨ ਮੈਨੂੰ ਪਤਾ ਤੁਸੀਂ ਮੈਨੂੰ ਕਰਦੇ ਸੀ ਕਿ ਅੱਜ ਭੂਆ ਜਵਾਕਾਂ ਨੂੰ ਬਣੋ, ਭੂਆ ਦੀ ਕੁੜੀ ਦੇਖੋ ਰੂਬੀ ਕਿੰਨਾ ਪੜ੍ਹਦੀ ਆ, ਤੁਹਾਨੂੰ ਕਦੀ ਕੰਪੇਅਰ ਕਿਤੇ ਕਰਦਿਆਂ ਨੇ? ਤੁਸੀਂ ਮੈਨੂੰ ਬੜਾ ਕੰਪੇਅਰ ਕਰਦੇ ਸੀਗੇ ਕਿ ਬਈ ਉਹਨਾਂ ਨੂੰ ਦੇਖੋ ਕਿੰਨਾ ਪੜ੍ਹਦੇ, ਕਿੰਨੇ ਮੈਡਲ ਉਹਨਾਂ ਕੋਲੇ। ਮੈਨੂੰ ਕੰਪੇਅਰ ਕਿਸੇ ਨਾਲ ਮੇਰੇ ਮਾਂ-ਬਾਪ ਕਰ ਨਹੀਂ ਸਕਦੇ, ਕਿਉਂਕਿ ਮੈਂ ਥੋੜ੍ਹੀ ਅਲੱਗ ਹੀ ਹਾਂ ਦੁਨੀਆ ਨਾਲੋਂ। ਮੈਂ ਸ਼ੁਰੂ ਤੋਂ ਹੀ ਅਲੱਗ ਹੀ ਹਾਂ ਸਾਰੀ ਦੁਨੀਆ ਨਾਲ। ਮੇਰੀ ਸੋਚ ਹੈ ਜਦੋਂ ਤੱਕ ਕਿ ਮੈਂ ਸਾਰੀ ਦੁਨੀਆ ਨਾਲ ਅਲੱਗ ਹੀ ਹੈਗੀ, ਹੁਣ ਤੱਕ ਵੀ ਮੈਂ ਅਲੱਗ ਹੀ ਹਾਂ, ਕਿਉਂਕਿ ਜੋ ਮੈਂ ਬਚਪਨ ਤੋਂ ਮੇਰੀ ਸੋਚ ਆ ਉਹ ਮੈਂ ਹੁਣ 48 ਏਜ ਹੋ ਗਈ ਮੇਰੀ ਬਿਲਕੁਲ ਸੋਚ ਉਦਾਂ ਹੀ ਹੈਗੀ। ਸ਼ੀ ਇਜ਼ ਮੋਰ ਅਲਾਈਵ ਦੈਨ ਮੀ। ਜੋ ਮੇਰੀ ਸੋਚ ਆ ਉਹ ਅਜੇ ਵੀ 18 ਸਾਲ ਵਾਲਿਆਂ ਦੀ ਜਾਂ 19 ਸਾਲ ਜਾਂ ਉੱਥੋਂ ਤੱਕ ਹੀ ਮੇਰੀ ਜਿਹੜੀ ਹੈਗੀ ਸੋਚ। ਮੈਂ ਰਿੰਕਸ ਆ ਕੇ ਤੁਹਾਡੇ ਨਾਲ ਤੱਕ ਨਹੀਂ ਆਏ, ਆਣੇ ਵੀ ਨਹੀਂ ਮੇਰੇ।
ਕਿਉਂ ਮੈਂ ਸਟ੍ਰੈਸ ਨਹੀਂ ਲੈਂਦੀ ਬੇਟਾ, ਤੁਸੀਂ ਥੋੜਾ ਸਟ੍ਰੈਸ ਐਵੇਂ ਹੀ ਲੈ ਲੈਂਦੇ ਆ ਬਿਨਾਂ ਗੱਲ ਤੋਂ। ਅਸੀਂ ਇਹੀ ਤਾਂ ਮੰਮੀ ਹੁਣ ਫਰਕ ਆ ਨਾ ਉਹ ਜ਼ਮਾਨੇ ਤੇ ਹੁਣ ਜ਼ਮਾਨੇ 'ਚ। ਹੁਣ ਅਸੀਂ ਨਿਕਲੀ ਗੱਲ ਤੇ ਜਿਵੇਂ ਹੁਣ ਜਦੋਂ ਫੋਨ 'ਚ ਬੈਟਰੀ ਹੈ ਨਹੀਂ, ਟੈਨਸ਼ਨ ਲੈ ਲਈ, ਸਕੂਲ ਜਾਣ ਵਾਸਤੇ ਲੇਟ ਹੋ ਗਏ ਜਾਂ ਕੰਮ ਜਾਣ ਵਾਸਤੇ ਲੇਟ ਹੋ ਕੇ ਟੈਨਸ਼ਨ ਲੈ ਲਈ। ਹੁਣ ਸਾਰੀ ਦੁਨੀਆ ਪੈਸੇ ਮਗਰ ਭੱਜੀ ਫਿਰਦੀ। ਤੁਹਾਡੇ ਜ਼ਮਾਨੇ ਤੁਸੀਂ ਖੁਸ਼ੀ ਪਿੱਛੇ ਜਾਂਦੇ ਸੀ। ਅਸੀਂ ਕੁਝ ਹਾਂਜੀ। ਹੁਣ ਫੋਰ ਐਗਜ਼ਾਮਪਲ ਅਸੀਂ ਸਕੂਲ ਜਾਂਦੇ ਹਾਂ, ਆਪਣੇ ਕੋਈ ਇੰਨੇ ਕਮਿਊਟਸ ਆ, ਬੱਸ, ਟ੍ਰੇਨ, ਟੈਕਸੀ, ਊਬਰ। ਥੋੜੇ ਜ਼ਮਾਨੇ ਤੁਸੀਂ ਕਹਿੰਦੇ ਤੁਸੀਂ ਤੁਰ ਕੇ, ਹਾਂ ਜੀ ਤੁਰ ਕੇ, ਸਾਹ ਤੋਂ ਵੱਡੀ ਕਹਾਣੀ ਮਾਂ ਪਿਓ ਦੀ। ਥੋੜੇ ਅਸੀਂ ਨਿੱਕੇ ਸੀਗੇ ਤੇ ਤੁਰ ਕੇ ਸਕੂਲ ਜਾਂਦੇ ਸੀਗੇ। ਹਾਂਜੀ ਅਸੀਂ ਬਹੁਤ ਦੂਰ ਤੁਰ ਕੇ ਜਾਂਦੇ ਸੀ। ਬਾਜੇਖਾਨਾ ਲੰਬਲੀ ਤੋਂ ਬਾਜੇਖਾਨਾ ਸਾਨੂੰ ਤੁਰ ਕੇ ਜਾਣਾ ਪੈਂਦਾ ਸੀ। ਤੇ ਫਿਰ ਰਸਤੇ ਵਿੱਚ ਇੰਨੀ ਭੁੱਖ ਲੱਗਦੀ ਸੀ ਤੇ ਜੋ ਖੇਤ ਹੁੰਦੇ ਸੀਗੇ ਤੇ ਉਹਨਾਂ ਦੇ ਵਿੱਚ ਸਰੋਂ ਬੀਜੀ ਹੁੰਦੀ ਸੀਗੀ ਤੇ ਸਰੋਂ ਬੀਜੀ ਨੂੰ ਸਾਡਾ ਦਿਲ ਕਰਦਾ ਹੁੰਦਾ ਸੀ ਕਿ ਇਹਨੂੰ ਪੁੱਟ ਕੇ ਖਾ ਲਈਏ ਅਸੀਂ। ਇੰਨੇ ਪੇਟ ਵਿੱਚ ਸਾਨੂੰ ਇੱਦਾਂ ਲੱਗਦਾ ਹੁੰਦਾ ਸੀ ਕਿ ਜਿਵੇਂ ਚੂਹੇ ਨਹੀਂ ਭੁੱਖ ਨਾ ਕੁੱਦਦੇ ਹੁੰਦੇ, ਇਸ ਤਰ੍ਹਾਂ ਲੱਗਦਾ ਹੁੰਦਾ ਸੀ। ਤੇ ਘਰੇ ਤਾਂ ਤੁਹਾਨੂੰ ਪਤਾ ਹੀ ਆ ਕਿ ਘਰੇ ਮਾਂ ਬਾਪ ਤੋਂ ਤਾਂ ਗਾਲਾਂ ਹੀ ਪੈਂਦੀਆਂ ਸੀਗੀਆਂ ਕਿ ਇੰਨੀ ਦੇਰ ਲਾਤੀ, ਚੌੜ ਕਰਦੇ ਰਹੇ ਰਸਤੇ 'ਚ ਜਾਂ ਕੀ ਕਰਦੇ ਰਹੇ ਤੁਸੀਂ, ਇੰਨੇ ਪੁੱਛਦੇ ਹੀ ਰਹਿੰਦੇ ਸੀ ਸਾਰਾ ਦਿਨ। ਗਾਲਾਂ ਹੀ ਪੈਂਦੀਆਂ ਸੀ ਤਕਰੀਬਨ ਨਾ। ਜਿਵੇਂ ਮੰਮੀ ਹੁਣ ਅਸੀਂ ਹੁਣ ਕਿੰਨਾ ਤੰਗ ਤੁਹਾਨੂੰ ਅਸੀਂ ਕਰਦੇ ਆਂਗੇ ਕਿ ਸਾਨੂੰ ਬ੍ਰਾਂਡਡ ਕੱਪੜੇ ਲਾ ਕੇ ਦਿਓ, ਤੁਹਾਨੂੰ ਅਸੀਂ ਬ੍ਰਾਂਡ ਤੋਂ ਇਲਾਵਾ ਕੁਛ ਪਾਉਣਾ ਹੀ ਨਹੀਂਗਾ। ਤੁਸੀਂ ਉਹ ਜ਼ਮਾਨੇ 'ਚ ਬ੍ਰਾਂਡ ਕੀ ਕਿਸੇ ਨੂੰ ਪਤਾ ਕੀ ਹੋਣਾ? ਨਹੀਂ ਬੇਟਾ, ਸਾਡੇ ਟਾਈਮ ਤਾਂ ਮੈਨੂੰ ਲੱਗਦਾ ਸਾਨੂੰ ਸਕੂਲ ਯੂਨੀਫਾਰਮ ਵੀ ਮੈਨੂੰ ਲੱਗਦਾ 3-4 ਸਾਲਾਂ ਵਿੱਚ ਇੱਕ ਹੀ ਦਿੱਤੀ ਹੋਣੀ ਆ ਘਰਦਿਆਂ ਨੇ ਬਣਾ ਕੇ। ਤੇ ਘਰ ਵਾਲੇ ਸੂਟ ਤਾਂ ਪਤਾ ਹੀ ਆ ਕਿਤੇ ਪਤਾ ਨਹੀਂ ਕਦੋਂ ਦਿੱਤੇ ਹੋਣੇ ਆ ਬਣਾ ਕੇ, ਪਾਏ ਰੱਖਦੇ ਸੀ ਸਾਰਾ ਦਿਨ। ਅਸੀਂ ਬਹੁਤ ਖੁਸ਼ਕਿਸਮਤ ਤੁਸੀਂ ਉਹ ਜ਼ਮਾਨਾ ਦੇਖਿਆ, ਤੁਸੀਂ ਉਹ ਜ਼ਮਾਨੇ ਤੋਂ ਇਸ ਜ਼ਮਾਨੇ ਥੋੜ੍ਹੀ ਜਿਹੀ ਜਨਰੇਸ਼ਨ ਗੈਪ ਤੁਹਾਨੂੰ ਫੀਲ ਹੋਇਆ ਕਿ ਜਨਰੇਸ਼ਨ ਗੈਪ ਤੁਹਾਡੇ 'ਚ ਕੋਈ ਆਇਆ ਹੈਗਾ? ਨਹੀਂ, ਇਹ ਤਾਂ ਸੋਚ ਤੇ ਡਿਪੈਂਡ ਹੈਗਾ। ਉਂਝ ਗੈਪ ਤਾਂ ਹੈ ਹੀ ਹੈ, ਪਰ ਜਿਹੜਾ ਵੀ ਅੱਜ ਕੱਲ੍ਹ ਬੱਚਿਆਂ ਦਾ ਪਹਿਰਾਵਾ ਹੈਗਾ ਉਹ ਜ਼ਿਆਦਾ ਬ੍ਰਾਂਡਡ ਤੇ ਹੈਗਾ ਤੇ ਸਾਡਾ ਜਿਹੜਾ ਸੀਗਾ ਉਹ ਸਿੰਪਲ ਸੀ, ਸਧਾਰਨ ਸੀ। ਕਿਉਂਕਿ ਅੱਜ ਕੱਲ੍ਹ ਨਾ ਕੁਛ ਬੱਚੇ ਕਹਿੰਦੇ ਸਾਡੇ ਮਾਂ ਪਿਓ ਹੁਣ ਨਹੀਂ ਸਮਝਦੇ ਕਿਉਂਕਿ ਸਾਡੀ ਜਨਰੇਸ਼ਨ ਗੈਪ ਆ। ਇਹ ਉਹ ਜਨਰੇਸ਼ਨ ਪੈਦਾ ਹੋਇਆ ਜਦੋਂ ਜਿਹੜੀਆਂ ਅੱਜ ਕੱਲ੍ਹ ਗੱਲਾਂ ਹੋ ਰਹੀਆਂ ਚੀਜ਼ਾਂ ਹੋ ਰਹੀਆਂ ਉਹ ਉਦੋਂ ਜ਼ਮਾਨੇ 'ਚ ਨਹੀਂ ਹੁੰਦੀਆਂ ਸੀਗੀਆਂ। ਹਾਂਜੀ, ਥੋੜ੍ਹੀ ਜਿਹੀ ਕਦੀ ਐਂ ਹੋਇਆ ਕਿ ਆਪਾਂ 'ਚ ਕੋਈ ਮਿਸਅੰਡਰਸਟੈਂਡਿੰਗ ਆਈ ਹੋਵੇ? ਮੈਨੂੰ ਨਹੀਂ ਲੱਗਦਾ ਕਿਉਂਕਿ ਮੈਂ ਸ਼ੁਰੂ ਤੋਂ ਫਨੀ ਹੈਗੀ। ਮੈਨੂੰ ਕੋਈ ਗੈਪ ਨਹੀਂ ਲੱਗਦਾ ਕਿਉਂਕਿ ਮੇਰੇ ਬੱਚੇ ਆ, ਜੇ ਮੇਰੀ ਬੇਟੀ ਹੈਗੀ, ਬੇਟਾ ਹੈਗਾ, ਉਹ ਮੇਰੇ ਨਾਲ ਬਿਲਕੁਲ ਉੱਦਾਂ ਹੀ ਹੈਗੇ ਜਿੱਦਾਂ ਮੈਂ ਹੈਗੀ। ਕਿਉਂਕਿ ਸ਼ੁਰੂ ਤੋਂ ਮੈਂ ਵੀ ਇੱਦਾਂ ਹੀ ਖੁੱਲ੍ਹੀ ਹਾਂ, ਫਾਰਵਰਡ ਪੂਰੀ ਫੁੱਲ, ਤੇ ਬੱਚੇ ਵੀ ਮੇਰੇ ਉੱਦਾਂ ਹੀ ਹੈਗੇ, ਮੇਰੇ ਨਾਲ ਪੂਰੇ ਹੀ ਹੈਗੇ ਆ। ਮੈਨੂੰ ਲੱਗਦਾ ਨਹੀਂ ਕਿ ਮੇਰੇ ਬੱਚੇ ਆ, ਮੈਨੂੰ ਇੰਝ ਲੱਗਦਾ ਕਿ ਮੇਰੇ ਦੋਸਤ ਹੈਗੇ ਇਹ, ਕਿਉਂਕਿ ਮੈਂ ਹਰ ਇੱਕ ਗੱਲ ਬੇਟੇ ਨਾਲ ਬੇਟੀ ਨਾਲ ਸ਼ੇਅਰ ਕਰ ਸਕਦੀ। ਮੈਨੂੰ ਵੀ ਬਹੁਤ ਲੋਕ ਕਹਿੰਦੇ ਆ ਤੇਰੀ ਭੈਣ ਆ ਤੇਰੇ ਨਾਲ, ਮੈਂ ਕਿਹਾ ਨਹੀਂ ਮੇਰੀ ਮੰਮੀ ਆ ਇਹ, ਪਲੀਜ਼। ਹਾਂਜੀ, ਪਰ ਇਦਾਂ ਹੀ ਮੈਂ ਕਹਿੰਦੀ ਜੇ ਹਰ ਇੱਕ ਮਾਂ ਬਾਪ ਦੀ ਸੋਚ ਹੋਵੇ ਤਾਂ ਬੱਚਿਆਂ ਦਾ ਪਿਆਰ ਬਣਿਆ ਰਹਿੰਦਾ ਮਾਂ ਬਾਪ ਨਾਲ। ਕਿ ਜਦੋਂ ਮਾਂ ਬਾਪ ਹੀ ਸੋਚਣ ਲੱਗ ਜਾਂਦੇ ਆ ਕਿ ਨਹੀਂ ਬੱਚਿਆਂ ਦੀ ਤਾਂ ਅੱਜ ਕੱਲ੍ਹ ਸੋਚ ਅਲੱਗ ਆ ਸਾਡੇ ਨਾਲੋਂ ਤੇ ਸਾਡੀ ਅਲੱਗ ਹੈਗੀ, ਫਿਰ ਤਾਂ ਜਨਰੇਸ਼ਨ ਗੈਪ ਐਕਚੁਅਲੀ ਆਉਣਾ ਹੀ ਆਉਣਾ ਗਾ। ਹਾਂਜੀ, ਸੱਚੀ ਗੱਲ। ਇਹ ਸੋਚ ਜਿਹੜੀ ਹੈ ਮੈਂ ਕਹਿੰਦੀ ਮਾਂ ਬਾਪ ਨੂੰ ਥੋੜ੍ਹੀ ਖਤਮ ਕਰ ਦੇਣੀ ਚਾਹੀਦੀ ਹੈ ਕਿ ਬੱਚਿਆਂ ਦੇ ਦੋਸਤ ਬਣੋ, ਕਿ ਨਾ ਕਿ ਉਹਨਾਂ ਨੂੰ ਕਹੋ ਕਿ ਮੇਰੀ ਬੇਟੀ ਆ ਜਾਂ ਇਹਨੂੰ ਮੈਂ ਦਬਾ ਕੇ ਰੱਖਾਂ, ਜਾਂ ਮੇਰਾ ਬੇਟਾ ਆ ਜਾਂ ਇਹਨੂੰ ਮੈਂ ਦਬਾ ਕੇ ਰੱਖਾਂ। ਮੈਂ ਤਾਂ ਕਹਿੰਦੀ ਦੋਸਤ ਬਣ ਜਾਓ, ਬਸ ਦੋਸਤ ਬਣ ਜਾਓਗੇ ਤਾਂ ਲਾਈਫ ਆ ਜਿਹੜੀ ਬੜੀ ਹੈਪੀ ਹੋ ਜਾਊਗੀ। ਵੈਰੀ ਟਰੂ, ਜਸਟ ਟਰਾਈ ਟੂ ਬੀ ਫਰੈਂਡਸ, ਯੂ ਨੋ। Yeah. So let's see ਸਾਡੇ ਵਿੱਚ ਕਿੰਨਾ ਜਨਰੇਸ਼ਨ ਗੈਪ ਆ। ਮੈਂ ਤੁਹਾਨੂੰ ਆਦੇ ਬਾਰੇ ਕੋਈ ਸਵਾਲ ਪੁੱਛੂੰ and let's see how much you know me. ਠੀਕ ਆ? Yes. Question number 1, ਮੇਰਾ ਬੈਸਟ ਫਰੈਂਡ ਕੌਣ? ਆਮਨਾ। ਓਕੇ, ਮੇਰੀ ਫੇਵਰਟ ਸਬਜ਼ੀ ਕਿਹੜੀ ਆ? ਗੁਆਰੇ ਦੀ ਫਲੀ। ਤੇ ਮੇਰੀ ਖਾਓ ਤਾਂ ਗੰਦੀ ਨਾਟ ਸੋ ਫੇਵਰਟ ਸਬਜ਼ੀ ਕਿਹੜੀ ਆ? ਭਿੰਡੀ। ਟਰੂ। ਮੇਰਾ ਫੇਵਰਟ ਕਲਰ ਕਿਹੜਾ? ਬਲੈਕ। Of course black. Okay. ਮੈਂ ਵੀਕੈਸਟ ਸਬਜੈਕਟ ਅੱਜ ਵਾਈਟ ਪਹਿਨਿਆ ਹੈ ਕਿਉਂਕਿ ਮਾਂ ਨੇ ਪਹਿਨਿਆ ਨਾ ਵਾਈਟ, ਅੱਜ ਵਾਈਟ ਸੇਮ ਪਾਉਣਾ ਸੀ ਨਾ। ਤੇ ਮੇਰਾ ਵੀਕੈਸਟ ਸਬਜੈਕਟ ਕਿਹੜਾ ਹੈਗਾ ਵੀਕੈਸਟ ਸਕੂਲ 'ਚ? ਮੈਥ। ਟਰੂ। ਤੇ ਮੇਰਾ ਫੇਵਰਟ ਗਾਣਾ, ਦਿਸ ਇਜ਼ ਅ ਟ੍ਰਿਕੀ ਵਨ, ਤੁਹਾਨੂੰ ਪਤਾ ਨਹੀਂ ਹੋਣਾ ਸ਼ਾਇਦ ਮੂਸੇ ਵਾਲਾ ਹੋ ਸਕਦਾ, ਮੂਸੇ ਵਾਲੇ ਦਾ ਕੋਈ ਸੌਂਗ ਹੋ ਸਕਦਾ ਜਾਂ ਲਾਸਟ ਚੋਇਸ ਬਸ ਹੈ ਨਹੀਂ? ਨੋ। ਓਕੇ, ਮੇਰਾ ਫੇਵਰਟ ਸੌਂਗ ਹੈਗਾ ਪਰਾਡਾ ਬਾਈ ਜਸ ਮਾਨਕ। ਓਕੇ। ਤੇਰੇ ਪਿੱਛੇ ਸਾਖ ਛੱਡ ਆਈ, ਇਹ ਮੇਰਾ ਫੇਵਰਟ ਗਾਣਾ ਹੈ। ਓਕੇ ਚਲੋ ਇੱਕ ਤਾਂ ਮੈਂ ਰਹੂੰਗਾ ਹੋ ਸਕਦੀ ਹਾਂ ਕਿਉਂਕਿ ਮੈਂ ਜ਼ਿਆਦਾ ਫਿਰ ਸੁਣਦੀ ਨਹੀਂ ਨਾ ਕਿ ਜ਼ਿਆਦਾ ਕਿਹੜੇ ਸੌਂਗ ਸੁਣਦੇ ਆ ਤੁਸੀਂ। ਹਾਂਜੀ ਕਿਉਂਕਿ ਘਰ ਵਿੱਚ ਵੀ ਜ਼ਿਆਦਾ ਇੰਨਾ ਟਾਈਮ ਸਪੈਂਡ ਨਹੀਂ ਹੁੰਦਾ ਗਾ, ਬਹੁਤ ਘੱਟ ਸਪੈਂਡ ਹੁੰਦਾ। ਸਾਰਾ ਦਿਨ ਅਸੀਂ ਤਾਂ ਕੰਮ ਤੇ ਹੁੰਦੇ ਹਾਂ, ਤੁਸੀਂ ਤਾਂ ਆਪ ਕੰਮ ਤੇ ਹੁੰਦੇ ਹੋ। ਓਕੇ ਹਾਂ, ਉਹ ਤਾਂ ਅੱਜ ਕੱਲ੍ਹ ਕੁਆਇੰਟਾਂ ਨੇ ਤਾਂ ਕਿੱਥੇ ਆਪਾਂ ਘਰੇ ਇਕੱਠੇ ਹੁੰਦੇ ਆਪਾਂ। ਉਹੀ ਖਾਣਾ ਤਾਂ ਫਿਰ ਮੈਂ ਖੁਦ ਬਣਾਉਂਦੀ ਕਰਕੇ ਮੈਨੂੰ ਪਤਾ ਲੱਗ ਜਾਂਦਾ ਕਿ ਕੀ ਪਸੰਦ ਆ ਤੁਹਾਡੀ। ਹਾਂਜੀ, ਚਲੋ ਆਪਾਂ ਵੱਧਦੇ ਨੈਕਸਟ ਟੌਪਿਕ ਤੇ। ਹੁਣ ਜਿਵੇਂ ਤੁਸੀਂ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਬੈਚਲਰ ਕੀਤੀ ਆ, ਉਹ ਵੀ ਪੰਜਾਬੀ ਲਿਟਰੇਚਰ ਵਿੱਚ। ਹਾਂਜੀ, ਤੁਸੀਂ ਹਾਊ ਡਿਡ ਯੂ ਐਂਡ ਅਪ ਇਨ ਹਾਂਗਕਾਂਗ? ਤੁਸੀਂ ਹਾਂਗਕਾਂਗ ਕਿਵੇਂ ਆਏ? ਨਹੀਂ ਬੇਟਾ, ਮੇਰੀ ਪਤਾ ਕੀ ਗੱਲ ਸੀ, ਮੈਂ ਪੜ੍ਹਦੀ ਭਾਵੇਂ ਪੰਜਾਬੀ ਸੀ ਪਰ ਖਾਬ ਮੈਂ ਦੇਖਦੀ ਸੀ ਕੈਨੇਡਾ ਜਾਂ ਅਮਰੀਕਾ ਜਾਂ ਇੱਦਾਂ ਆਸਟ੍ਰੇਲੀਆ। ਵੈਸੇ ਹਾਂਗਕਾਂਗ ਦਾ ਮੈਂ ਨਾਮ ਕਦੀ ਸੁਣਿਆ ਹੀ ਨਹੀਂ ਸੀ। ਇਹ ਸਰਪ੍ਰਾਈਜ਼ ਸੀ ਮੇਰੇ ਲਈ ਜਦੋਂ ਮੇਰੀ ਮੈਰਿਜ ਹੋਈ। ਅਤੇ ਮੈਂ ਸੋਚਦੀ ਹੁੰਦੀ ਮੇਰੇ ਜਿਹੜੇ ਟੀਚਰ ਸੀ ਮੈਨੂੰ ਪੁੱਛਦੇ ਸੀਗੇ ਕਿ ਜਾਂ ਮੇਰੀ ਦੋਸਤਾਂ ਪੁੱਛਦੀਆਂ ਕਿ ਰਾਣੀ ਕਿ ਲਾਈਫ ਵਿੱਚ ਕੀ ਬਣਨਾ। ਮੈਂ ਪਤਾ ਕੀ ਸੋਚਦੀ, ਮੈਂ ਕਹਿੰਦੀ ਸੀ ਮੈਂ BA ਕਰੂੰਗੀ ਝੱਟ ਸ਼ਾਦੀ।
1 ਮਹੀਨੇ ਬਾਅਦ ਮੈਂ ਸ਼ਾਦੀ ਕਰ ਲੈਣੀ ਹੈ ਬਸ। ਉਹੀ ਗੱਲ ਮੇਰੇ ਨਾਲ ਹੋਈ ਇਦਾਂ। ਤੇ ਪਹਿਲਾਂ ਵੀ ਕਾਫੀ ਮੁੰਡੇ ਦੇਖੇ ਵੀ, ਕੈਨੇਡਾ ਤੋਂ ਵੀ ਦੇਖੇ, ਪਰ ਨਹੀਂ ਮੈਂ ਪਸੰਦ ਨਹੀਂ ਕਰੇ, ਨਾ ਵਧੀਆ ਨਹੀਂ ਲੱਗੇ। ਕਿਉਂਕਿ ਕੈਨੇਡਾ ਦੇ ਲੋਕ ਆ ਜਿਹੜੇ ਉਹ ਜ਼ਿਆਦਾ ਨਾ ਦਿਖਾਉਂਦੇ ਆ ਆਪਣਾ ਪੰਜਾ ਵੀ, ਕੁੜੀਆਂ ਦੀ ਹਾਈਟ ਕਿੰਨੀ ਆ ਜੀ, ਕਿੰਨੀ ਪੜ੍ਹੀ ਲਿਖੀ ਆ ਜੀ, ਅਪ ਡਾਊਨ ਕਰਦੀ ਹੈ ਜੀ। ਕਿਉਂਕਿ ਮੇਰੇ ਲਈ ਇੱਕ ਰਿਸ਼ਤਾ ਇਦਾਂ ਦਾ ਆਇਆ ਸੀਗਾ ਤੇ ਜੋ ਮੈਨੂੰ ਜ਼ਿਆਦਾ ਸਵਾਲ ਪੁੱਛ ਰਹੇ ਸੀ। ਤੇ ਜਿਸ ਟਾਈਮ ਉਹਨਾਂ ਦਾ ਬੇਟਾ ਮੇਰੇ ਨਾਲ ਗੱਲਬਾਤ ਕਰਨ ਆਇਆ ਤਾਂ ਮੈਂ ਉਹਨੂੰ ਰਿਜੈਕਟ ਕਰਦਾ। ਮੈਂ ਕਿਹਾ ਕਿਉਂਕਿ ਸਵੇਰ ਦੇ ਤੁਹਾਡੇ ਘਰ ਦੇ ਮੇਰੀ ਇੰਟਰਵਿਊ ਲੈ ਰਹੇ ਆ ਕਿ ਜੀ ਤੁਹਾਡੀ ਹਾਈਟ ਕਿੰਨੀ ਹੈ ਜੀ, ਤੁਹਾਡੀ ਕੁਆਲੀਫਿਕੇਸ਼ਨ ਕਿੰਨੀ ਆ ਜੀ, ਡੇਲੀ ਅਪ ਡਾਊਨ ਕਰਦੇ ਆ ਜੀ, ਘਰ ਦਾ ਕੰਮ ਆਉਂਦਾ ਜੀ। ਤੇ ਮੈਂ ਕਿਹਾ ਤੁਹਾਡੀ ਹਾਈਟ ਨਹੀਂ, ਤੁਹਾਡੇ ਮਾਂ-ਬਾਪ ਨੇ ਵੀ ਨਹੀਂ ਕਿ ਤੁਹਾਨੂੰ ਨਹੀਂ ਦੇਖਿਆ ਕਿ ਤੁਹਾਡੀ ਹਾਈਟ ਕਿੰਨੀ ਹੈਗੀ। ਮੈਂ ਇੱਦਾਂ ਹੀ ਉਹਨੂੰ ਮੂੰਹ ਤੇ ਕਹਿ ਦਿੱਤਾ। ਮੈਂ ਕਿਹਾ ਨਹੀਂ ਵੀ ਮੈਂ ਮੇਰੇ ਵੱਲੋਂ ਰਿਜੈਕਟ ਹੈਗਾ, ਚਾਹੇ ਤੂੰ ਕੈਨੇਡਾ ਦਾ ਚਾਹੇ ਤੂੰ ਅਮਰੀਕਾ ਦਾ, ਪਰ ਮੈਂ ਨਹੀਂ ਸ਼ਾਦੀ ਕਰੂੰਗੀ। ਸੋ ਯੂ ਟ੍ਰਾਈਂਗ ਟੂ ਸੇ ਕਿ ਉਹ ਜ਼ਮਾਨੇ ਵਿੱਚ ਜਦੋਂ ਕੁੜੀਆਂ ਨੂੰ ਇੰਨੀ ਅਹਿਮੀਅਤ ਨਹੀਂ ਸੀ, ਤੁਸੀਂ ਉਦੋਂ ਵੀ ਰਿਸ਼ਤੇ ਰਿਜੈਕਟ ਕੀਤੇ? ਯਾ ਮੈਂ ਕਰੇ ਵਾਓ ਓਕੇ। ਕਿਉਂਕਿ ਮੇਰੇ ਜਿਹੜੇ ਮਾਂ-ਬਾਪ ਸੀ ਉਹਨਾਂ ਨੂੰ ਉਹ ਲਾਈਕ ਕਰਦੇ ਸੀ ਕਿ ਜਿਹੜੀ ਸਾਡੀ ਬੇਟੀ ਆ ਉਹ ਲਵ ਮੈਰਿਜ ਕਰੇ। ਤੇ ਮੈਂ ਨਹੀਂ ਬਿਲੀਵ ਨਹੀਂ ਕਰਦੀ ਸੀ ਕਿ ਲਵ ਮੈਰਿਜ ਹੋਵੇ, ਕਿਉਂਕਿ ਮੈਂ ਸੋਚਦੀ ਸੀ ਕਿ ਮੈਂ ਜੇ ਕਿਸੇ ਨਾਲ ਲਵ ਮੈਰਿਜ ਕਰੂੰਗੀ ਤਾਂ ਉਹ ਮੇਰੇ ਜਿਹੜੇ ਮੇਰੇ ਵੀਕ ਪੁਆਇੰਟ ਜਾਣਦਾ ਹੋਊਗਾ ਤੇ ਬਾਅਦ ਵਿੱਚ ਮੇਰੇ ਬਣਨੀ ਨਹੀਂ ਉਹਦੇ ਨਾਲ। ਸਮਾਰਟ। ਜੇ ਮੈਂ ਅਰੇਂਜ ਮੈਰਿਜ ਕਰੂੰਗੀ ਤਾਂ ਉਹ ਮੈਨੂੰ ਬਿਲਕੁਲ ਨਹੀਂ ਜਾਣਦਾ ਹੋਊਗਾ ਤਾਂ ਉਹ ਜ਼ਿਆਦਾ ਮੈਨੂੰ ਪਿਆਰ ਕਰੂਗਾ। ਇਹ ਮੇਰੀ ਸੋਚ ਸੀ। ਪਰ ਮੈਂ ਲੱਗਦਾ ਕਿ ਮੈਂ ਥੋੜੀ ਰੌਂਗ ਸੀਗੀ ਤੇ ਮੈਨੂੰ ਲੱਗਦਾ ਕਿ ਲਵ ਮੈਰਿਜ ਹੀ ਕਰ ਲੈਣੀ ਚਾਹੀਦੀ ਆ। ਓਕੇ ਪਰ ਮੈਂ ਬਹੁਤ ਕਨਫਿਊਜ਼ ਆ ਕਿਉਂਕਿ ਮੈਂ ਪੁੱਛਣਾ ਕਿ ਤੁਸੀਂ ਡੈਡੀ ਨਾਲ ਕਿਉਂ ਵਿਆਹ ਕਰਾਇਆ? ਆਈ ਮੀਨ ਲਾਈਕ ਯੂ ਆਈ ਡੋਨਟ ਵਾਂਟ ਸੇ ਸਮਥਿੰਗ ਬੈਡ, ਬਟ ਤੁਸੀਂ ਬੈਚਲਰ ਪਾਸ, ਡੈਡੀ ਨੇ ਸਟੱਡੀ ਵੀ ਨਹੀਂ ਕੀਤੀ ਗੀ। ਮੈਂ ਇੱਕ ਤਰ੍ਹਾਂ ਦਾ ਸਮਝ ਲਓ ਕਿ ਇਹ ਧੋਖਾ ਹੀ ਸੀ ਸਮਝ ਲਓ, ਕਿਉਂਕਿ ਮੈਂ ਬੜੀ ਅਸੀਂ ਧੋਖੇ ਦਾ ਰਿਜ਼ਲਟ ਨੋ ਪਿਆਰ ਦੇ ਅਸੀਂ ਧੋਖੇ ਦਾ ਰਿਜ਼ਲਟ ਆਵਾਂ। ਨੋ ਐ ਨਹੀਂ ਕਹਿਣਾ। ਤੇ ਨਹੀਂ ਉਹ ਪਤਾ ਕੀ ਗੱਲ ਸੀ ਸੌਰੀ। ਤੇ ਨਹੀਂ ਬੇਟਾ ਉਹ ਪਤਾ ਕੀ ਗੱਲ ਆ ਨਾ, ਮੈਂ ਮੁੰਡੇ ਦੇਖ ਕੇ ਬੜੀ ਥੱਕ ਗਈ ਸੀਗੀ। ਮੈਂ ਘਰਦਿਆਂ ਨੂੰ ਕਿਹਾ ਕਿ ਚਲੋ ਵੀ ਜੋ ਤੁਸੀਂ ਕਹੋਗੇ ਨਾ ਵੀ ਮੈਂ ਤਾਂ ਹਾਂ ਹੀ ਕਰ ਦੇਣੀ ਆ ਉਹਨਾਂ ਉਸ ਲਈ ਹੈ ਨਾ। ਤੇ ਇਸ ਬਾਅਦ ਵਿੱਚ ਮੈਨੂੰ ਇੱਦਾਂ ਰਿਸ਼ਤਾ ਆਇਆ ਕਿ ਵੀ ਆਈ ਫੈਮਿਲੀ ਹਾਂਗਕਾਂਗ ਤੋਂ ਆਈ ਆ। ਤੇ ਮੈਂ ਨਹੀਂ ਪੁੱਛਿਆ ਕਿ ਜਾਂ ਵੀ ਉਹ ਪੜ੍ਹਿਆ ਲਿਖਿਆ ਹੈ ਜਾਂ ਕਿੱਦਾਂ। ਮੈਂ ਸਿੱਧਾ ਹੀ ਕਹਿਤਾ, ਮੈਂ ਕਿਹਾ ਚਲੋ ਵੀ ਸ਼ਗਨ ਪਾਇਆ ਜਾ ਕੇ ਵੀ ਕਿਤੇ ਮੁੰਡਾ ਭੱਜ ਨਾ ਬਿਨਾਂ ਦੇਖੇ ਬਿਨਾਂ ਕੁਛ ਮਿਲੇ ਤੁਸੀਂ ਹਾਂ ਕਹਿਤੀ? ਹਾਂਜੀ। ਵਾਓ। ਜਦੋਂ ਤੁਹਾਡੇ ਡੈਡ ਨੂੰ ਪੁੱਛਿਆ ਗਿਆ ਕਿ ਕੁੜੀ BA ਕੀਤੀ ਆ ਤੇ ਵੀ ਤੂੰ ਉਹਨੂੰ ਮਿਲਣਾ ਪਸੰਦ ਕਰੇਗਾ ਤਾਂ ਤੁਹਾਡੇ ਡੈਡ ਡਰ ਗਏ, ਕਹਿੰਦੇ ਨਹੀਂ ਵੀ ਅਸੀਂ ਤਾਂ ਨਹੀਂ, ਮੈਂ ਤਾਂ ਮਿਲਣਾ ਨਹੀਂ ਉਹ ਕੁੜੀ ਨੂੰ, ਮੈਂ ਤਾਂ ਸ਼ਾਦੀ ਕਰਨੀ ਆ। ਪਰ ਮੈਂ ਪੁੱਛਣਾਗਾ ਜਿਵੇਂ ਕਿਉਂਕਿ ਅੱਜ ਕੱਲ੍ਹ ਜਿਹੜੇ ਹਿਸਾਬ ਮੈਨੂੰ ਪਤਾ ਜਿੰਨਾ ਅਸੀਂ ਹੈ ਨਾ ਇੰਟਰੈਕਟ ਕਰਦੇ ਲੋਕਾਂ ਵਿੱਚ, ਜੇ ਕੋਈ ਇਹ ਦੋਨੇ ਕਪਲ ਜੋ ਐਕਿਆ ਨਾ ਥੋੜ੍ਹਾ ਦੂਜੇ ਤੋਂ ਥੋੜ੍ਹਾ ਥੱਲੇ ਹੋਵੇ ਜਾਂ ਥੱਲੇ ਹੁੰਦਾ ਗਾ ਜਿਹੜਾ ਉਹ ਜਾਣੀ ਕਿ ਹੀ ਸਕੇਅਰਡ ਔਰ ਸ਼ੀ ਸਕੇਅਰਡ ਕਿ ਉਹਨਾਂ ਪਾਰਟਨਰ ਛੱਡ ਕੇ ਉੱਠ ਜੂਗਾ ਕਿ ਡੈਡੀ ਨੇ ਮਹਿਸੂਸ ਹੋਇਆ? ਡੈਡੀ ਬਹੁਤ ਜ਼ਿਆਦਾ ਕਰਦੇ ਸੀ। ਜਦੋਂ ਮੇਰੀ ਸ਼ਾਦੀ ਜਿਸ ਦਿਨ ਹੋਈ ਤਾਂ ਉਸ ਦਿਨ ਹੀ ਉਹਨਾਂ ਨੂੰ ਤੁਹਾਡੇ ਡੈਡੀ ਨੂੰ ਡਰਾਤਾ ਕਰਦਿਆਂ ਨੇ ਜਾਂ ਪਿੰਡ ਦੇ ਲੋਕਾਂ ਨੇ ਕਿ ਬਈ ਨਹੀਂ ਯਾਰ ਇਹ ਤਾਂ ਬਹੁਤ ਪੜ੍ਹੀ ਲਿਖੀ ਕੁੜੀ ਹੈਗੀ, ਇਹਨੇ ਤਾਂ ਤੇਰੇ ਨਾਲ ਇੱਕ ਦਿਨ ਨਹੀਂ ਰਹਿਣਾਗਾ, ਇਹ ਤਾਂ ਛੱਡ ਦੂਗੀ ਤੈਨੂੰ। ਤੇ ਡੈਡੀ ਤੁਹਾਡੇ ਡਰ ਗਏ ਬੜੇ। ਫਿਰ ਉਹ ਦੂਸਰੇ ਜਾਂ ਤੀਸਰੇ ਦਿਨ ਅਸੀਂ ਗਏ ਮੰਮਾ ਦੇ ਘਰ ਗਏ ਤਾਂ ਡੈਡੀ ਦੇ ਮਨ ਵਿੱਚ ਆਇਆ ਕਿ ਮੈਂ ਨਾ ਕੋਈ ਡਰਾਮਾ ਖੇਡਾਂ ਤੇ ਮੈਨੂੰ ਪਤਾ ਲੱਗੇ ਕਿ ਮੈਨੂੰ ਪਿਆਰ ਕਰਦੀ ਹੈ ਤੇ ਮੈਨੂੰ ਛੱਡ ਦੂਗੀ। ਐਕਟਿੰਗ ਜੀਨਸ ਯਾ। ਤੋ ਰਸਤੇ ਵਿੱਚ ਨਾ ਉਹਨਾਂ ਦੇ ਭੂਆ ਜੀ ਦਾ ਪਿੰਡ ਆਉਂਦਾ ਸੀਗਾ ਤੇ ਅਸੀਂ ਭੂਆ ਜੀ ਦੇ ਪਿੰਡ ਰੁਕ ਗਏ ਤੇ ਉੱਥੇ ਇੱਕ ਡਾਕਟਰ ਉਹਨਾਂ ਦੀ ਕਲੀਨਿਕ ਖੁੱਲੀ ਹੋਈ ਸੀ ਤੇ ਉੱਥੇ ਰੁਕ ਗਏ। ਇਹ ਫਨੀ ਜਾਂ ਜੋਕ ਹੈ। ਤਾਂ ਮੈਂ ਤੁਹਾਡੇ ਡੈਡੀ ਨੇ ਕੀ ਕੀਤਾ, ਮੈਂ ਤਾਂ ਖਾਣਾ ਭੂਆ ਜੀ ਨਾਲ ਬਣਾਉਣ ਲੱਗ ਗਈ ਤੇ ਤੁਹਾਡੇ ਡੈਡੀ ਨੇ ਕੀ ਕੀਤਾ, ਆਪਣੇ ਸਾਰੇ ਮੱਥੇ ਤੇ ਹੱਥ ਤੇ ਇੱਦਾਂ ਬਾਂਹ ਤੇ ਸਾਰੇ ਪੱਟੀਆਂ ਲਗਾ ਲਈਆਂ ਉਹਨਾਂ ਨੇ। ਤੇ ਬਾਅਦ ਵਿੱਚ ਉਹ ਡਾਕਟਰ ਉਹਨਾਂ ਨੂੰ ਲੈ ਕੇ ਆਇਆ ਤੇ ਮੈਨੂੰ ਤਾਂ ਬੜੀ ਐ ਹੋ ਗਈ ਕਿ ਕਿਉਂਕਿ ਆਫ ਕੋਰਸ ਪਿਆਰ ਤਾਂ ਪਿਆਰ ਹੀ ਹੈਗਾ। ਹਾਏ ਮੈਂ ਮੇਰੀ ਲਵ ਮੈਰਿਜ ਨਹੀਂ ਜਾਂ ਅਰੇਂਜ ਮੈਰਿਜ ਸੀ ਜਾਂ ਮੈਨੂੰ ਇਦਾਂ ਨਹੀਂ ਸੀ ਲੱਗਦਾ ਕਿ ਉਹ ਇੰਨਾ ਪੜ੍ਹੇ ਲਿਖੇ ਨਹੀਂ, ਮੈਂ ਜ਼ਿਆਦਾ ਪੜ੍ਹੀ ਲਿਖੀ ਆ ਕਿਉਂਕਿ ਮੇਰੀ ਤਾਂ ਪੰਜਾਬੀ ਨਾਲ BA ਕੀਤੀ ਸੀ। ਕੋਈ ਪੰਜਾਬੀ BA ਇੰਨੀ ਜ਼ਿਆਦਾ ਰੱਖਦੀ, ਅਹਿਮੀਅਤ ਨਹੀਂ ਰੱਖਦੀ। ਤੇ ਬਾਅਦ ਵਿੱਚ ਜਦੋਂ ਅਸੀਂ ਘਰ ਚਲੇ ਗਏ ਤਾਂ ਮੇਰੇ ਜਿਹੜੇ ਫਾਦਰ ਇਨ ਲਾ ਸਹੁਰਾ ਸਾਹਿਬ ਮੇਰੇ ਪੁੱਛਦੇ ਆ ਕਿ ਬੇਟਾ ਵੀ ਇਹਦੇ ਤਾਂ ਬੜੀਆਂ ਚੋਟਾਂ ਲੱਗੀਆਂ ਹੈਗੀਆਂ ਤੇ ਵੀ ਪੁੱਤ ਚੱਲ ਤੁਸੀਂ ਘਰੇ ਰੈਸਟ ਕਰੋ। ਤੇ ਮੈਂ ਸਾਰੀ ਰਾਤ ਤੁਹਾਡੇ ਡੈਡੀ ਦੇ ਕੋਲ ਬੈਠੀ ਰਹੀ ਤੇ ਇਦਾਂ ਦੇਖਦੀ ਰਹੀ ਉਹਦੇ ਵੱਲ ਕਿ ਹਾਈ ਰੱਬਾ ਕੀ ਬਣੂਗਾ, ਝੂਠਾ ਇੰਨੀਆਂ ਸੱਟਾਂ ਲੱਗ ਗਈਆਂ, ਇੰਨੀਆਂ ਸੱਟਾਂ ਲੱਗੀਆਂ। ਤੇ ਜਦੋਂ ਮਾਰਨਿੰਗ ਹੋਈ ਤਾਂ ਤੁਹਾਡੇ ਡੈਡੀ ਨੇ ਸਾਰੀਆਂ ਪੱਟੀਆਂ ਖੋਲ ਦਿੱਤੀਆਂ ਤੇ ਹੱਸਣ ਲੱਗ ਗਏ। ਮੈਂ ਕਿਹਾ ਓ ਮਾਈ ਗੋਡ ਵੀ ਆਹ ਕੀ ਹੋ ਗਿਆ? ਕਹਿੰਦੇ ਮੈਂ ਤਾਂ ਪਰਖਦਾ ਸੀ ਕਿ ਮੈਨੂੰ ਛੱਡ ਕੇ ਨਹੀਂ ਜਾਏਂਗੀ। ਹਾਏ ਵਿਚਾਰੇ। ਪਰ ਤੁਸੀਂ ਨਾ ਹੀ ਟਰਨ ਆਊਟ ਟੂ ਬੀ ਅ ਗੁੱਡ ਪਾਰਟਨਰ। ਉਹਨਾਂ ਨੇ ਹੁਣ ਬਹੁਤ ਸਾਥ ਨਿਭਾਇਆ ਜਾਣਾ ਵਾ। ਜਦੋਂ ਤੁਸੀਂ ਪੜ੍ਹੇ ਲਿਖੇ ਸੀਗੇ ਤੁਹਾਨੂੰ ਬਾਹਰ ਲੈ ਕੇ ਆਏ, ਪੂਰੀ ਅੰਡਰਸਟੈਂਡਿੰਗ ਥੋੜੀ ਜਿਹੀ ਸੀ, ਕੋਈ ਸ਼ੱਕ ਨਹੀਂ ਥੋੜੀ ਕੀਤਾਗਾ। ਮੈਂ ਜਦੋਂ ਮੈਰਿਜ ਹੋ ਕੇ ਜਦੋਂ ਮੇਰੀ ਮੈਰਿਜ ਹੋਈ ਤਾਂ ਮੈਂ ਘਰ ਇਹਨਾਂ ਦੇ ਵੀ ਪਰ ਥੋੜਾ ਲੱਗਦਾ ਤਾਂ ਸੀਗਾ ਆਊਟ ਜਿਹਾ, ਪਰ ਸਾਡੀ ਜਿਹੜੀ ਏਜ ਸੀਗੀ ਬਹੁਤ ਛੋਟੇ ਸੀ, ਅਸੀਂ 19 ਸਾਲ ਦੀ ਏਜ ਸੀ ਸਾਡੀ ਜਦੋਂ ਮੈਰਿਜ। ਤੁਸੀਂ ਕਹਿੰਦੇ 21 ਚ ਅਸੀਂ ਹੋ ਗਏ ਹੁਣ।
ਤੇ ਤਾਂ ਕਰਕੇ ਜੋ ਮੇਰੀ ਸੋਚ ਸੀਗੀ ਉਹ ਮੇਰੀ ਸੀਗੀ ਖੇਡਣ ਵਾਲੀ, ਜਿੱਦਾਂ ਵੀ ਆਪਾਂ ਘਰ ਵਿੱਚ ਖੇਡੋ ਫਨੀ। ਤੇ ਤੁਹਾਡੇ ਡੈਡੀ ਵੀ ਇਦਾਂ ਹੀ ਕਰਦੇ ਹੁੰਦੇ ਸੀਗੇ ਕਿ ਕਦੇ ਮੇਰਾ ਕਮੀਜ਼ ਪਾ ਲਿਆ ਤੇ ਕਦੇ ਕਮੀਜ਼ ਥੋੜਾ ਪਾ ਲਿਆ ਤੇ ਬੜੇ ਅਸੀਂ ਜੋਕ ਕਰਦੇ ਸੀ, ਘਰੇ ਖੇਡਦੇ ਰਹਿੰਦੇ ਸਾਰਾ ਦਿਨ। ਤੇ ਮੈਨੂੰ ਘਰ ਦੇ ਵੀ ਸਾਰੇ ਇਹੀ ਸਮਝਦੇ ਸੀ ਕਿ ਲੱਗਦਾ ਨਹੀਂ ਕਿ ਸਾਡੀ ਵਹੁਟੀ ਹੈ ਇਹ, ਵੀ ਇਦਾਂ ਹੀ ਲੱਗਦਾ ਸੀ ਕਿ ਸਾਡੀ ਕੁੜੀ ਹੈਗੀ ਇਹ। ਤੇ ਇਦਾਂ ਹੀ ਬਹੁਤ ਵਧੀਆ ਸਾਡੀ ਲਾਈਫ ਸੀਗੀ, ਗੁੱਡ ਸੀਗੀ। ਪਰ ਥੋੜਾ ਜਦੋਂ ਅਸੀਂ ਹਾਂਗਕਾਂਗ ਆ ਗਏ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਮੁਸੀਬਤਾਂ ਦਾ ਫਾੜ ਫਿਰ ਟੁੱਟੀ ਪੈਂਦਾ। ਹਾਂਜੀ, ਮੈਂ ਪੁੱਛਣਾ ਸੀਗਾ ਕਿ ਤੁਸੀਂ ਹਾਂਗਕਾਂਗ ਐਡਜਸਟ ਕਿਵੇਂ, ਤੁਸੀਂ ਥੋੜੀ ਇੰਗਲਿਸ਼ ਸੀਗਾ, ਥੋੜੀ ਵਧੀ ਨਹੀਂ ਸੀਗੀ, ਤੁਸੀਂ ਪੰਜਾਬੀ ਲਿਟਰੇਚਰ ਤੁਸੀਂ ਪੜ੍ਹੇ ਸੀਗੇ ਸਕੂਲ 'ਚ, ਬੈਚਲਰ 'ਚ ਕੀਤੀ ਸੀ ਤੁਸੀਂ। ਹਾਂਗਕਾਂਗ ਆ ਕੇ ਵਿਦਆਊਟ ਇੰਗਲਿਸ਼, ਵਿਦਆਊਟ ਕੈਂਟਨੀਜ਼ ਤੁਸੀਂ ਸਰਵਾਈਵ ਕਿਵੇਂ ਕੀਤਾ ਇੱਥੇ? ਬਸ ਬੇਟਾ ਘਰ 1 ਸਾਲ ਬੇਟੀ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਹੋਏ ਮੇਰੇ, ਤਾਂ ਬਾਅਦ ਵਿੱਚ ਫਿਰ ਮੈਂ ਡੈਡੀ ਨੂੰ ਬੁਲਾਇਆ, ਡੈਡੀ ਨੂੰ ਬੁਲਾ ਕੇ ਫਿਰ ਉਹ ਤੁਹਾਡੀ ਕੇਅਰ ਕਰਨ ਲੱਗ ਗਏ। ਤੇ ਫਿਰ ਮੈਂ ਜੋਬ ਮੈਂ ਕਰੀ 5 ਈਅਰ ਕਰੀ ਮੈਂ ਇਹਨਾਂ ਨਾਲ ਲਾਂਡਰੀ 'ਚ ਕਰੀ ਆਪਣੀ ਇੰਡੀਅਨ ਕੁੜੀਆਂ ਨਾਲ, ਕਿ ਉੱਥੇ ਜ਼ਿਆਦਾ ਨਾ ਇੰਗਲਿਸ਼ ਬੋਲਣੀ ਪੈਂਦੀ ਨਾ ਚਾਈਨੀਜ਼ ਬੋਲਣੀ ਪੈਂਦੀ ਸੀ। ਪਰ ਤੁਹਾਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਇੰਨੀ ਪੜ੍ਹੀ ਲਿਖੀ ਤੇ ਇੱਥੇ ਕਿ ਮੈਂ ਇਹੋ ਜਿਹੇ ਕੰਮ ਕਰ ਰਹੀ ਹਾਂ, ਜਿਵੇਂ ਕਿ ਲਾਂਡਰੀ 'ਚ ਲੱਗ ਗਈ ਜਾਂ ਰੈਸਟੋਰੈਂਟ 'ਚ ਲੱਗ ਗਈ? ਨਹੀਂ ਬੇਟਾ, ਉਦੋਂ ਦੇ ਜਿਹੜੇ ਹਾਲਾਤ ਸੀ ਉਸ ਟਾਈਮ ਦੇ ਵਿੱਚ ਜੋ ਵੀ ਕੰਮ ਮਿਲਦਾ ਸੀ ਉਹੀ ਸੀਗਾ ਕਿ ਵੀ ਕਰ ਲਓ। ਇਹ ਨਹੀਂ ਸੋਚੋ ਕਿ ਮੈਂ BA ਕੀਤੀ ਆ ਜਾਂ ਮੈਂ ਕੀ ਕਰਾਂ, ਕਿਉਂਕਿ ਉਸ ਟਾਈਮ ਜੋ ਘਰ ਦੇ ਹਾਲਾਤ ਸੀ ਉਹਨਾਂ ਤੇ ਵੀ ਬੰਦੇ ਨੂੰ ਡਿਪੈਂਡ ਹੋਣਾ ਪੈਂਦਾ, ਕਿਉਂਕਿ ਘਰ ਦੇ ਹਾਲਾਤ ਹੀ ਇਦਾਂ ਸੀਗੇ ਕਿ ਵੀ ਜੋਬ ਹੀ ਕਰਨੀ। ਤੁਸੀਂ ਹੁਣ ਤੱਕ ਕੀ ਤੁਸੀਂ ਅਕੰਪਲਿਸ਼ ਕੀਤਾ? ਆਫ ਕੋਰਸ ਮੈਨੂੰ ਤਾਂ ਪਤਾ, ਪਰ ਆਡੀਅנס ਦੱਸਦੇ ਆ, ਪਰ ਤੁਸੀਂ ਕੀ ਅਕੰਪਲਿਸ਼ ਕੀਤਾ ਤੁਸੀਂ ਹੁਣ ਤੱਕ? ਮੈਂ ਤਾਂ ਤੁਹਾਨੂੰ ਪਤਾ ਹੀ ਹੈ ਬੇਟੇ ਕਿ ਇਕੱਲੇ ਹੀ ਸਮਝ ਲਓ ਲਾਈਫ ਜਿਹੜੀ ਆ ਸ਼ੁਰੂ ਕਰੀ ਆ ਤੇ ਇਕੱਲੇ ਹੀ ਐਂਡ ਹੋਣਾ ਮੇਰੀ ਲਾਈਫ ਦਾ, ਕਿਉਂਕਿ ਸਟਰਗਲ ਕੀਤਾ ਜਿਉਂ ਹਾਂਗਕਾਂਗ, ਜਦੋਂ ਤੋਂ ਵੀ ਹਾਂਗਕਾਂਗ 'ਚ ਆ ਗਏ ਆ ਤਾਂ ਸਟਰਗਲ ਹੀ ਰਹੀ ਹੈ ਮੇਰੀ ਲਾਈਫ ਦੇ ਵਿੱਚ। ਬੇਟੀ ਤੁਸੀਂ ਪਤਾ ਹੀ, ਤੁਹਾਨੂੰ ਛੋਟੇ ਸੀਗੇ, ਤੁਹਾਨੂੰ ਵੀ ਘਰ ਵਿੱਚ ਇਕੱਲੇ ਛੱਡ ਕੇ ਜਾਣਾ ਪੈਂਦਾ ਸੀ। ਆਫ ਕੋਰਸ ਮੈਨੂੰ ਤਾਂ ਰਾਤ ਨੂੰ ਨਾਈਟ 1:30 ਵਜੇ ਤੱਕ ਮੈਂ ਕਦੇ ਜੋਬ ਤੋਂ ਆਉਂਦੀ ਸੀ ਘਰ। ਤਾਂ ਉਸ ਟਾਈਮ ਸੈਲਰੀ ਵੀ ਇੰਨਾ ਜ਼ਿਆਦਾ ਨਹੀਂ ਹੁੰਦੀ ਸੀਗੀ, ਕਿਸੇ ਦੂਸਰੇ ਲੋਕਾਂ ਨਾਲ ਵੀ ਇੱਦਾਂ ਰੂਮ ਲੈ ਕੇ ਸਾਨੂੰ ਰਹਿਣਾ ਪੈਂਦਾ ਸੀਗਾ ਰੈਂਟ 'ਤੇ। ਉਸ ਟਾਈਮ ਗੌਰਮੈਂਟ ਵੀ ਕੋਈ ਸੈਲਰੀ ਨਹੀਂ ਦਿੰਦੀ ਸੀਗੀ ਜਾਂ ਕੁਛ ਨਹੀਂ, ਕੋਈ ਸਾਧਨ ਹੀ ਹੁੰਦੇ ਨਹੀਂ ਸੀਗੇ, ਆਪ ਹੀ ਕਮਾ ਕੇ ਖਾਣਾ ਪੈਂਦਾ ਸੀਗਾ। ਵੀ ਸਮਝ ਲਓ ਕਿ ਸਟਰਗਲ ਹੈਗੀ ਹੈ ਜਿਹੜੀ ਬਾਹਰ ਦੀ ਲਾਈਫ ਆ। ਤੁਸੀਂ ਹੁਣ ਤੱਕ ਤੁਸੀਂ ਇੱਕ ਸ਼ਹਿਰ 'ਚ ਇੰਡੀਆ 'ਚ ਘਰ ਬਣਾ ਲਿਆ, ਤੁਸੀਂ ਪਲਾਟ ਲੈ ਲਏ, ਤੁਸੀਂ ਆਪਣੇ ਪੇਰੈਂਟਸ ਨੂੰ ਵੀ ਸਪੋਰਟ ਕਰ ਰਹੇ ਆ ਇੱਕ ਹਿਸਾਬ ਨਾਲ। ਨਹੀਂ ਬਾਅਦ ਵਿੱਚ ਫਿਰ ਤੁਸੀਂ ਟਰੈਵਲਿੰਗ ਵੀ ਕਰ ਰਹੇ ਆ, ਤੁਸੀਂ ਯੂ ਵੈਂਟ ਟੂ ਕੈਨੇਡਾ, ਯੂ ਵੈਂਟ ਟੂ ਆਸਟ੍ਰੇਲੀਆ। ਉਹ ਤਾਂ ਫਿਰ ਹੁਣ ਬਾਅਦ ਦੀ ਗੱਲ ਆ ਨਾ ਬੇਟਾ। ਜਦੋਂ ਮੈਂ ਹਾਂਗਕਾਂਗ 'ਚ ਆ ਕੇ ਵੀ ਆਪਦੀ ਲਾਈਫ ਸਟਾਰਟ ਕਰੀ ਆ, ਉਸ ਤੋਂ ਬਾਅਦ ਫਿਰ ਡੈਡੀ ਆ ਗਏ, ਬ੍ਰਦਰ ਆ ਗਏ, ਸਿਸਟਰ ਆ ਗਏ ਤੇ ਮੰਮਾ ਆ ਗਏ। ਫਿਰ ਉਸ ਤੋਂ ਬਾਅਦ ਉਹਨਾਂ ਨੇ ਹੈਲਪ ਕਰਨੀ ਸ਼ੁਰੂ ਕਰਤੀ ਮੇਰੀ, ਤਾਂ ਇੱਦਾਂ ਫਿਰ ਥੋੜਾ ਅਪਰੂਵ ਹੋ ਗਿਆ ਲਾਈਫ ਦੇ ਵਿੱਚ। ਮੈਂ ਥੋੜੀ ਮਨੀ ਸੇਵ ਕਰਨੀ ਆਦਤ ਬਣ ਗਈ। ਜਿੰਨਾ ਮੈਨੂੰ ਪਤਾ ਤੁਸੀਂ ਡੋਨੇਸ਼ਨ ਵੀ ਬਹੁਤ ਕਰਦੇ ਆ, ਤੁਸੀਂ ਥੋੜਾ ਘਰ ਬਣਿਆ, ਸਭ ਕੁਝ ਬਣਿਆ ਹੋਇਆਗਾ। ਸੋ ਯੂ ਆਰ ਐਨ ਇਨਸਪੀਰੇਸ਼ਨ ਸਭ ਲਈ। ਸ਼ੁਰੂ ਤੋਂ ਮੈਂ ਸੋਚਦੀ ਆ ਕਿ ਜੋ ਮੈਂ ਦੁੱਖ ਤਕਲੀਫ ਦੇਖੀ ਆ ਲਾਈਫ ਦੇ ਵਿੱਚ, ਜਦੋਂ ਕੋਈ ਇਦਾਂ ਦਾ ਇਨਸਾਨ ਮੈਨੂੰ ਮਿਲਦਾ ਗਾ ਤਾਂ ਮੈਨੂੰ ਇੰਝ ਲੱਗਦਾ ਕਿ ਜਿਵੇਂ ਕਿ ਮੈਂ ਇਹਦੀ ਹੈਲਪ ਜ਼ਰੂਰ ਕਰਾਂ, ਕਿਉਂਕਿ ਜੋ ਮੈਂ ਦੇਖਿਆ ਮੈਂ ਨਹੀਂ ਚਾਹੁੰਦੀ ਕਿ ਕੋਈ ਮੇਰੀ ਜੋ ਲਾਈਫ ਦੇ ਵਿੱਚ ਆਵੇ ਕੋਈ ਹੋਰ ਇਦਾਂ ਦੀ ਲਾਈਫ ਦੇਖੇ ਜਿੱਦਾਂ ਦੀ ਮੈਂ ਦੇਖ ਲਈ ਹੈ। ਵੀ ਮੈਂ ਪਸੰਦ ਨਹੀਂ ਕਰਦੀ। ਮੈਂ ਸੋਚਦੀ ਹਾਂ ਕਿ ਜੋ ਮੇਰੇ ਕੋਲੇ ਹੈ ਮੈਂ ਡੋਨੇਟ ਹੀ ਕਰਦਾ, ਬਸ ਜੋ ਮੇਰੇ ਬੱਚਿਆਂ ਲਈ ਉਹ ਬੱਚਿਆਂ ਦਾ, ਜੋ ਮੈਂ ਕਮਾਉਂਦੀ ਹਾਂ ਉਹਨਾਂ ਵਿੱਚੋਂ ਕੁਝ ਹਿੱਸਾ ਵੀ ਮੈਂ ਜ਼ਰੂਰ ਡੋਨੇਟ ਕਰਾਂ, ਲੋਕਾਂ ਦੀ ਹੈਲਪ ਜਿੰਨੀ ਮੈਂ ਕਰ ਸਕਦੀ ਹਾਂ, ਜਿੰਨੀ ਮੇਰੀ ਲਾਈਫ ਬਚੀ ਹੈ। ਮੈਂ ਸੋਚਦੀ ਹਾਂ ਕਿ ਮੈਂ ਉਹ ਲੋਕਾਂ ਦੇ ਨਾਮ ਹੀ ਕਰਾਂ। ਚਲੋ ਫਿਰ ਆਪਾਂ ਹੁਣ ਸੀਰੀਅਸ ਗੱਲਾਂ ਵੀ ਕਰ ਲਈਆਂ, ਵਿਆਹ ਦੀ ਗੱਲਾਂ ਕਰ ਲਈਆਂ, ਹਾਸੇ ਮਜ਼ਾਕ ਕਰ ਲਏ। ਤੁਹਾਨੂੰ ਮੈਂ ਇੱਕ ਸਵਾਲ ਪੁੱਛਣਾ, ਬਹੁਤ ਸੀਰੀਅਸ ਆ। ਪੱਕਾ ਸਹੀ ਜਵਾਬ ਦੇਣਾ, ਸੱਚ ਬੋਲਣਾ। ਤੁਹਾਡਾ ਫੇਵਰਿਟ ਚਾਈਲਡ ਕੌਣ ਆ, ਮੈਂ ਜਾਂ ਪਿੰਦਰ? ਦੋਨੋਂ। ਨਹੀਂ ਇੱਕ। ਨਹੀਂ ਦੋਨੋਂ। ਨਹੀਂ ਇੱਕ। ਨਹੀਂ ਦੋਨੋਂ। ਨਹੀਂ ਇੱਕ ਜ਼ਿਆਦਾ ਬੇਟੀ। ਨਹੀਂ ਦੋਨੇ, ਅਸੀਂ ਦੋਨੇ ਹੀ ਆ। ਨਹੀਂ ਆਫ ਕੋਰਸ ਦੋਨੋਂ ਆ, ਪਰ ਜ਼ਿਆਦਾ ਜਿਹੜੀ ਮੇਰੇ ਦਿਲ ਦੇ ਕਰੀਬ ਆ ਜਾਂ ਮੇਰੀ ਲਾਈਫ ਬਾਰੇ ਜਾਣਦੀ ਆ ਉਹ ਮੇਰੀ ਬੇਟੀ ਹੈ। ਆਫ ਕੋਰਸ ਯੂ ਨੋ ਯੂ ਸ਼ੇਅਰ ਮੋਰ ਵਿਦ ਯੂਰ ਡਾਟਰਸ। ਜੋ ਵੀ ਮੈਂ ਫਨੀ ਕੰਮ ਕਰਦੀ ਆ ਜਾਂ ਜੋ ਵੀ ਰੋਂਗ ਕਰਦੀ ਆ ਸਾਰੇ ਬੇਟੀ ਨੂੰ ਪਤਾ ਮੈਨੂੰ। ਦੇਖ ਲਾ। ਚਲੋ ਮਾਂ ਆਪਾਂ ਹੁਣ ਇੱਕ ਗੇਮ ਖੇਡਦੇ ਹਾਂ, ਲਾਸਟ ਗੇਮ ਆ, ਉਹ ਤੋਂ ਬਾਅਦ ਆਪਾਂ ਖਤਮ ਕਰ ਸੈਗਮੈਂਟ ਕਰਦੇ ਹਾਂ। ਓਕੇ। ਇਹ ਇੱਕ ਬਹੁਤ ਹੀ ਫਨੀ ਗੇਮ ਆ। ਬੁਝਾਰਤਾਂ। ਇਟਸ ਲਾਈਕ ਰਿਡਲਸ। ਮੈਂ ਤੁਹਾਨੂੰ 7 ਬੁਝਾਰਤਾਂ ਦੂੰ, 7। ਤੁਸੀਂ ਆਨਸਰ ਦੇਣਾ। ਓਕੇ। ਆਫ ਕੋਰਸ ਜੇ ਆਉਣਗੀਆਂ ਤਾਂ ਆਉਂਦੀਆਂ, ਆਫ ਕੋਰਸ ਆਉਣਗੀਆਂ। ਨੰਬਰ 1 ਹੋ ਗਈ। ਨਿਗਾਹ। ਕੀ? ਨਿਗਾਹ। ਸਹੀ ਆ। ਨਿੱਕੀ ਜਿਹੀ ਕੁੜੀ ਲਈ ਪਰਾਂਦਾ ਤੁਰੀ। ਸੂਈ ਧਾਗਾ। ਇਹ ਤਾਂ ਸਾਡੇ ਬਚਪਨ ਦੀਆਂ ਹੀ ਆ, ਸੇਮ ਹੀ। ਨਿੱਕਾ ਜਿਹਾ ਭਾਈ ਉਹਦੀ ਖਿੱਚ ਕੇ ਨਿਕਰ ਲਾਈ। ਬਨਾਨਾ। ਬਨਾਨਾ। ਕੇਲਾ। ਹਾਂ ਪੰਜਾਬੀ ਸੁਣੋ। ਮਾਂ ਜੰਮੀ ਨਹੀਂ ਤੇ ਪੁੱਤ ਕੋਠੇ ਤੇ। ਵੇਟ। ਅੱਗ ਧੂਆਂ। ਸਹੀ। ਓਕੇ ਸਹੀ ਆ। ਤੂੰ ਚੱਲ ਮੈਂ ਆਇਆ।
ਤੂੰ ਚੱਲ ਮੈਂ ਆਇਆ ਇਹ ਡੋਰ ਦਰਵਾਜ਼ਾ ਸਹੀ ਆ ਓਕੇ ਕਟੋਰੇ ਤੇ ਕਟੋਰਾ ਪੁੱਤਰ ਪਿਓ ਤੋਂ ਵੀ ਗੋਰਾ ਅ, 3 2 ਕੋਕਨਟ ਸਹੀ ਆ ਓਕੇ ਓਕੇ ਨੰਬਰ 7 ਲਾਸਟ ਵਾਲਾ ਹਾਰੀ ਸੀ ਨਹੀਂ ਹਰੀ ਸੀ ਮਨ ਭਰੀ ਸੀ ਮੋਤੀਆਂ ਨਾਲ ਜੜੀ ਸੀ ਲਾਲਾ ਜੀ ਦੇ ਬਾਗ ਵਿੱਚ ਦੁਸ਼ਾਲਾ ਨਾਲ ਖੜੀ ਸੀ ਦੁਸਾਲਾ ਲਈ ਤਾਨੇ ਖੜੀ ਸੀ ਛੱਲੀ ਮੱਕੀ ਦੀ ਛੱਲੀ ਮੈਂ ਸਹੀ ਬੋਲਿਆ ਨਾ ਯਾ ਮੈਨੂੰ ਨਹੀਂ ਪੰਜਾਬੀ ਨਹੀਂ ਆਉਂਦੀ ਆਈ ਟਰਾਈ ਮਾਈ ਬੈਸਟ ਓਕੇ ਵਾਓ ਤੁਹਾਨੂੰ ਸਾਰੇ ਆਉਂਦੇ ਆ ਯਾ ਇੱਕ ਨੂੰ ਲਾਸਟ ਪੁੱਛੂ ਮੈਂ ਓਕੇ ਰੀਸੈਂਟਲੀ ਮੈਂ ਕਿਸੇ ਦੀ YouTube ਚੈਨਲ 'ਤੇ ਦੇਖਿਆ ਸੀਗਾ ਓਕੇ ਬਹੁਤ ਹੀ ਬੇਕਾਰ ਜੀ ਰਿਡਲ ਆ ਪਰ ਓਕੇ ਇੱਕ ਕੁੜੀ ਸੀਗੀ 30 ਫੁੱਟ ਦੀ ਪੌੜੀ ਸੀਗੀ ਓਕੇ ਥੱਲੇ ਡਿੱਗੀ ਜ਼ਮੀਨ ਤੇ ਪਰ ਉਹਨੂੰ ਕੁਝ ਨਹੀਂ ਹੋਇਆ ਕਿਉਂ 30 ਫੁੱਟ ਦੀ ਪੌੜੀ ਉੱਪਰ ਚੜ ਗਈ ਥੱਲੇ ਡਿੱਗੀ ਜ਼ੋਰ ਦੀ ਚੋਰ ਦੀ ਡਿੱਗੀ ਪਰ ਉਹਨੂੰ ਕੁਝ ਵੀ ਨਹੀਂ ਹੋਇਆ ਇਹ ਤਾਂ ਨੋ ਇੰਪੋਸੀਬਲ ਨਹੀਂ ਇਹ ਤਾਂ ਜ਼ਰੂਰ ਹੋ ਸਕਦਾ ਕਿ ਜੇ 30 ਫੁੱਟ ਦੀ ਪੌੜੀ ਚੜੂਗੀ ਨਹੀਂ ਜਾਂ ਫਿਰ ਉਹ ਚੜੀ ਨਹੀਂ ਹੋਣੀ ਫਸਟ ਪੌੜੀ ਤੇ ਹੋਊਗੀ ਹੈ ਫਸਟ ਪੌੜੀ ਤੇ ਹੋਊਗੀ ਫਿਰ ਉਹ ਫਸਟ ਪੌੜੀ ਤੋਂ ਡਿੱਗ ਪਈ ਹੋਊਗੀ ਓਕੇ ਮਮ ਯੂ ਵਿਨ ਮੰਮੀ ਸੁਪਰ ਮਮ ਚਲੋ ਆਪਾਂ ਅੱਜ ਆਪਣਾ ਸ਼ੋਅ ਇੱਥੇ ਖਤਮ ਕਰਦੇ ਆ ਓਕੇ ਤੇ ਐਨੀ ਲਾਸਟ ਮੈਸੇਜ ਫॉर ਦੀ ਆਡੀਅנס ਕੋਈ ਤੁਸੀਂ ਇੱਕ ਗੱਲ ਕਹਿਣਾ ਚਾਹੁੰਦੇ ਆਡੀਅנס ਨੂੰ ਜੋ ਦੇਖ ਰਹੇ ਆ ਬੱਚੇ ਵੀ ਹੋ ਸਕਦੇ ਆ ਐਡਲਟਸ ਵੀ ਹੋ ਸਕਦੇ ਆਗੇ ਕੋਈ ਇਹੀ ਜੀ ਤੁਸੀਂ ਕੋਈ ਆਪਦੇ ਵੱਲੋਂ ਜੋ ਤੁਸੀਂ ਜ਼ਿੰਦਗੀ 'ਚ ਕੋਈ ਸਿੱਖਿਆ ਹੋਵੇ ਅੱਗੇ ਤੁਸੀਂ ਪਾਸ ਕਰਨਾ ਚਾਹੋ ਨਹੀਂ ਮੈਂ ਤਾਂ ਬਹੁਤ ਕੁਝ ਸਿੱਖ ਲਿਆ ਲਾਈਫ ਦੇ ਵਿੱਚ ਸਟਰਗਲ ਵੀ ਦੇਖ ਲਿਆ ਤੇ ਖੁਸ਼ੀਆਂ ਵੀ ਦੇਖ ਲਈਆਂ ਟਰੈਵਲਿੰਗ ਵੀ ਕਰਕੇ ਦੇਖ ਲਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਭ ਦੇਖ ਲਿਆ ਮੈਂ ਸਾਰਾ ਕੁਝ ਦੇਖ ਲਿਆ ਦੁਨੀਆ ਦੇ ਵਿੱਚ ਤੇ ਮੈਂ ਤਾਂ ਆਡੀਅנס ਨੂੰ ਇਹ ਕਹਿੰਦੀ ਆ ਕਿ ਵੀ ਮੇਰੀ ਲਾਈਫ ਨੂੰ ਇੰਜੋਏ ਕਰੋ ਮੇਰੀ ਲਾਈਫ ਵਾਂਗੂ ਜੀਓ ਜ਼ਿੰਦਗੀ ਬਿੰਦਾਸ ਹੋ ਕੇ ਜੀਓ ਖੁਸ਼ ਰਹੋ ਹਮੇਸ਼ਾ ਕੋਈ ਸਟ੍ਰੈਸ ਨਾ ਲਓ ਜੋ ਜ਼ਿੰਦਗੀ ਵਿੱਚ ਆਉਣਾ ਆਊਗਾ ਜੋ ਜ਼ਿੰਦਗੀ 'ਚ ਜਾਣਾ ਉਹ ਜਾਊਗਾ ਕਦੀ ਵੀ ਸਟ੍ਰੈਸ ਲੈਣ ਦੀ ਕੋਈ ਲੋੜ ਨਹੀਂ ਹੈਪੀ ਰਹੋ ਜੋ ਕੁਝ ਮਿਲਣਾ ਉਹ ਉੱਪਰ ਪਰਮਾਤਮਾ ਨੇ ਆਪਣੀ ਤਕਦੀਰ ਵਿੱਚ ਆਪਾਂ ਨੂੰ ਲਿਖ ਕੇ ਦਿੱਤਾ ਹੈਗਾ ਆਪਾਂ ਨੂੰ ਉਹ ਮਿਲ ਹੀ ਜਾਣਾ ਹੈਗਾ ਕਦੀ ਨਾ ਸੈਡ ਹੋਵੋ ਪਰ ਵੈਸੇ ਮੈਂ ਤੁਹਾਨੂੰ ਐਡਵਾਈਸ ਦੇ ਰਹੀ ਹਾਂ ਮੈਂ ਕਦੀ ਮੈਂ ਵੀ ਸੈਡ ਹੋ ਜਾਂਦੀ ਹਾਂ ਹੁੰਦੀ ਆ ਕਦੀ ਹੁੰਦੀ ਆ ਕਦੀ ਯਾਰ ਮੈਨੂੰ ਵੀ ਰੋਣਾ ਆ ਜਾਂਦਾ ਕਿਉਂ ਥੋੜਾ ਤੁਹਾਨੂੰ ਪਤਾ ਹੀ ਹੈ ਗਿਆ ਕਿ ਜਦੋਂ ਸਾਰੇ ਘਰ ਦੇ ਬਾਹਰ ਹੋਣ ਤਾਂ ਫਿਰ ਆ ਹੀ ਜਾਂਦਾ ਰੋਣਾ ਬੰਦੇ ਨੂੰ ਪਰ ਮੈਂ ਤਾਂ ਇਹ ਦਿਮਾਗ ਮੇਰਾ ਇਦਾਂ ਹੀ ਕਹਿੰਦਾ ਕਿ ਨਹੀਂ ਕੋਈ ਸੋਚਣਾ ਰੋਂਗ ਸੋਚੋ ਖੁੱਲ੍ਹ ਕੇ ਜੀਓ ਬਿੰਦਾਸ ਜੀਓ it's very I should say very inspiring of her to do all this ਕਿਉਂਕਿ ਜਿੰਨੇ I'm not saying ਕਿ ਸਾਰੇ ਹੀ ਇਹੋ ਜਿਹੇ ਆ ਜਿਸ ਕਰਕੇ ਜਿੰਨੇ ਮੇਰੇ ਦੋਸਤ ਹੈਗੇ ਮੋਸਟਲੀ ਉਹਨਾਂ ਦੇ ਪੇਰੈਂਟਸ ਹੈਗੇ ਉਹ ਘਰੇ ਜਾਂਦੇ ਆ ਨੌਕਰੀ ਜਾਂਦੇ ਘਰੇ ਜਾਂਦੇ ਜੌਂਕੀ ਜਾਂਦੇ ਤੁਸੀਂ ਯੂ ਆਰ ਲਿਵਿੰਗ ਯੂਰ ਲਾਈਫ ਮੋਰ ਦੈਨ ਮੀ ਤੁਸੀਂ ਡਰਾਈਵਿੰਗ ਕਰ ਰਹੇ ਆ ਤੁਸੀਂ ਜੌਬ ਵੀ ਕਰਦੇ ਆ ਤੁਸੀਂ ਟਿਕਟੌਕ ਬਣਾਉਂਦੇ ਆ ਤੁਸੀਂ ਫੋਟੋਆਂ ਖਿੱਚਦੇ ਆ ਲਾਈਕ ਯੂਰ ਇੰਸਪੀਰੇਸ਼ਨ ਇਵਨ ਫॉर ਅ ਯੂਥ ਮੈਂ ਤਾਂ ਬੇਟਾ ਮੈਂ ਮੇਰੀ ਸੋਚ ਆ ਜਿਹੜੀ ਹੈਗੀ ਮੈਂ ਨਾ ਮਾਂ ਬਣ ਕੇ ਨਹੀਂ ਜੀਣਾ ਚਾਹੁੰਦੀ ਮੈਂ ਇੱਕ ਛੋਟੀ ਜੀ ਬੱਚੀ ਬਣ ਕੇ ਜੀਣਾ ਚਾਹੁੰਦੀ ਹਾਂ ਮੈਂ ਸੋਚਦੀ ਹਾਂ ਕਿ ਜੋ ਮੇਰੇ ਬੱਚੇ ਕਰ ਸਕਦੇ ਆ ਮੈਂ ਕਿਉਂ ਨਹੀਂ ਕਰ ਸਕਦੀ ਯਾਰ ਮੇਰੇ 'ਚ ਕੀ ਕਮੀ ਹੈ ਕਿ ਮੈਂ ਓਲਡ ਹੋ ਗਈ ਤਾਂ ਕਰਕੇ ਨਹੀਂ ਕਰ ਸਕਦੀ ਨਹੀਂ ਯਾਰ ਓਲਡ ਹੋਣਾ ਕੋਈ ਮਾਇਨੇ ਨਹੀਂ ਰੱਖਦਾ ਕਿ ਆਪਣਾ ਜਿਹੜਾ ਦਿਮਾਗ ਜਾਂ ਦਿਲ ਆ ਜਿਹੜਾ ਨਾ ਉਹਨੂੰ ਜਵਾਨ ਰੱਖੋ ਜਿੰਦਾ ਰੱਖੋ ਉਹਨੂੰ and so can you and your parents so please enjoy your life to the fullest that's it for today's show once again welcome to the show mom thank you so much for coming bye Bye.